दो पेशियां भुगत चुके हैं, तीसरी ते जान लगे आओ जी एक मेरी सुरतियां बिरतियां एकाग्र करके गुरु चरना च हाजरी दवाइए, कोई रसना बिरती बाजी ना रहे, रल मिल के उचारत करो जी वाहिगुरू जी का खालसा वाहिगुरू जी की फतेह। 2 दिन हो गए है 83 साल की मां गुजर कौर और छोटे साहिबजादियों को बुरज च कैद किया। उत्थे ना एक मोती राम महरा ਜਿਹੜਾ ਉੱਥੇ ਬੁਰਜ ਦੇ ਅੰਦਰ ਹੀ ਉਹ ਡਿਊਟੀ ਕਰਦਾ ਸਰਕਾਰ ਦੇ ਅੰਦਰ। ਗੁਰਮੁਖ ਬਾਰੂ ਜ਼ਰੂਰ ਨਹੀਂ ਹੈ ਵੀ ਉੱਥੇ ਰਹਿਣ ਵਾਲੇ ਸਾਰੇ ਅਧਰਮੀ ਸਨ, ਉੱਥੇ ਮੋਤੀ ਰਾਮ ਵਰਗੇ ਧਰਮ ਕਮਾਉਣ ਵਾਲੇ ਵੀ ਹੈ। ਉਹ ਮੋਤੀ ਰਾਮ ਨੇ ਜਦੋਂ ਸਾਹਿਬਜ਼ਾਦਿਆਂ ਨੂੰ ਵੇਖਿਆ, ਮਾਤਾ ਗੁਜਰ ਕੌਰ ਨੂੰ ਵੇਖਿਆ, ਗੁਰੂ ਗੋਬਿੰਦ ਸਿੰਘ ਸਾਹਿਬ ਬਾਰੇ ਉਹਨੇ ਸੁਣਿਆ ਸੀ, ਉਹ ਜਾ ਕੇ ਮਿਲਦੇ ਕਹਿੰਦਾ ਮਾਤਾ ਕੁਝ ਸ਼ਕਲ ਨਹੀਂ ਇਹਨਾਂ ਲੈ ਕੇ ਆਪਾਂ ਰਸੋਈ 'ਚ, ਇੱਥੇ ਮੇਰੀ ਨੇੜੇ ਡਿਊਟੀ ਹੈ। ਤੇ ਮਾਂ ਗੁਜਰ ਕੌਰ ਨੇ ਕਿਹਾ ਬੇਟਾ ਮੁਗਲਾਂ ਦੀ ਰਸੋਈ ਦਾ ਪ੍ਰਸ਼ਾਦਾ ਮੈਂ ਆਪਣੇ ਬੱਚਿਆਂ ਨੂੰ ਨਹੀਂ ਛਕਾਉਣਾ। ਗੁਰਮੁਖੋ ਸਾਡੇ ਬਜ਼ੁਰਗ ਕਹਿੰਦੇ ਸਨ ਜੈਸਾ ਅੰਨ ਤੈਸਾ ਮਨ, ਅੰਨ ਦਾ ਸਾਡੇ ਮਨ ਤੇ ਅਸਰ ਪੈਂਦਾ। ਉਹ ਮੋਤੀ ਰਾਮ ਮਹਿਰਾ ਸ਼ਾਮ ਨੂੰ ਘਰੇ ਜਾਂਦਾ ਹੈ, ਬੱਚਿਆਂ ਨੂੰ ਭੁੱਖਿਆਂ ਬੈਠਿਆਂ ਠੰਡੀ ਬੁਰਜ 'ਚ, ਬਜ਼ੁਰਗ ਮਾਂ ਨੂੰ ਭੁੱਖਿਆਂ ਬੈਠਿਆਂ ਵੇਖਦੇ। ਆਪਣੇ ਘਰੇ ਜਦੋਂ ਰਾਤ ਨੂੰ ਜਾਂਦਾ ਹੈ ਨਾ, ਇਹਦੀ ਇੱਕ ਮਾਂ ਆ, ਇੱਕ ਇਹਦੀ ਪਤਨੀ ਹੈ, ਇੱਕ ਇਹਦੀ ਬੇਟੀ 7 ਕੁ ਸਾਲ ਦੀ, ਇੱਕ ਛੋਟਾ ਜਿਹਾ ਕਹਿੰਦੇ ਇਹਦਾ ਬੱਚਾ ਹੈ। ਚੌਂਤਰੇ 'ਚ ਬੈਠਾ ਪ੍ਰਸ਼ਾਦਾ ਛਕਣ ਲੱਗਾ ਤੇ ਗਰਾਈ ਉਹ ਤੋੜੀ ਬੁਰਕੀ ਮੂੰਹ 'ਚ ਪਾਉਣ ਲੱਗਾ, ਪਤਾ ਨਹੀਂ ਕੀ, ਉਹ ਫਿਰ ਥਾਲੇ 'ਚ ਰੱਖ ਦਿੰਦਾ। ਘਰ ਵਾਲਿਆਂ ਨੇ ਪੁੱਛਿਆ ਕੀ ਗੱਲ ਹੈ ਅੱਜ ਤੁਸੀਂ ਬੁਰਕੀ ਤੋੜ ਤੇ ਲਈ ਪਰ ਮੁੱਖ 'ਚ ਨਹੀਂ ਪਾਈ। ਫਿਰ ਉੱਥੇ ਦੱਸਦਾ ਆਪਣੀ ਮਾਂ ਨੂੰ ਚੌਂਤਰੇ 'ਚ ਬੈਠਿਆ, ਕਹਿੰਦਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਿੱਕੇ ਨਿੱਕੇ ਬੱਚੇ ਆਏ ਨੇ, ਪਤਾ ਨਹੀਂ ਕਿੰਨੇ ਦਿਨਾਂ ਤੋਂ ਵਿਚਾਰੇ ਭੁੱਖੇ ਨੇ, ਉਹ ਪਤਾ ਨਹੀਂ ਭੁੱਖ ਕਿਵੇਂ ਬਰਦਾਸ਼ਤ ਕਰੀ ਬੈਠੇ। ਮਹਾਰਾਜ ਦੀ ਮਾਂ ਆ, ਪਤਾ ਨਹੀਂ ਕਿੰਨੇ ਕੁ ਦਿਨਾਂ ਨੂੰ ਉਹਨਾਂ ਨੂੰ ਪ੍ਰਸ਼ਾਦਾ ਛਕਣ ਕਿੰਨੇ ਕੁ ਦਿਨ ਪਹਿਲਾਂ ਮਿਲਿਆ ਹੋਏਗਾ। ਕਹਿੰਦੇ ਉਹਨਾਂ ਨੂੰ ਵੇਖ ਕੇ ਆਏ, ਅੱਜ ਮੇਰਾ ਵੀ ਪ੍ਰਸ਼ਾਦਾ ਛਕਣ ਨੂੰ ਦਿਲ ਨਹੀਂ ਕਰਦਾ, ਕਿਉਂਕਿ ਉਹ ਵਿਚਾਰੇ ਬੱਚੇ ਪਤਾ ਨਹੀਂ ਭੁੱਖੇ ਕਿੰਨੇ ਦਿਨਾਂ ਤੋਂ। ਉਹ ਫਿਰ ਉਹਦੀ ਮਾਂ ਤੇ ਪਤਨੀ ਕਹਿੰਦੀ ਐਂ ਕਰੋ ਜੀ ਅਸੀਂ ਪ੍ਰਸ਼ਾਦੇ ਤੁਹਾਨੂੰ ਟਿਫਨ ਪੈਕ ਕਰ ਦਿੰਦੇ ਹਾਂ, ਪ੍ਰਸ਼ਾਦੇ ਪਕਾ ਦਿੰਦੇ ਤੁਸੀਂ ਛਕਾਇਓ। ਕਹਿੰਦੇ ਨਹੀਂ ਮੈਂ ਪੁੱਛ ਕੇ ਆਇਆ, ਕਹਿੰਦੇ ਇਹਨਾਂ ਦਾ ਪ੍ਰਸ਼ਾਦਾ ਨਹੀਂ। ਔਰ ਇਹ ਪ੍ਰਸ਼ਾਦਾ ਉੱਥੋਂ ਤੱਕ ਪਹੁੰਚਣ ਵੀ ਨਹੀਂ ਦੇਣਾ ਇਹਨਾਂ ਸਿਪਾਹੀਆਂ ਨੇ। ਕਹਿੰਦੇ ਫਿਰ ਰਾਤ ਨੂੰ ਜੁੱਲੇ 'ਚ ਬੈਠ ਗਏ। ਉਹ ਗੱਲ ਸਾਹਿਬਜ਼ਾਦਿਆਂ ਦੀ ਕਰੀ ਜਾਂਦੇ, ਉਹ ਬੱਚੇ ਵਿਚਾਰੇ ਨਿੱਕੇ ਨਿੱਕੇ, ਕੋਈ ਉੱਤੇ ਕੱਪੜਾ ਨਹੀਂ ਹੈ, ਬਜ਼ੁਰਗ ਮਾਂ ਆ, ਗੁਰੂ ਸਾਹਿਬ ਨੇ ਵਿਗਾੜਿਆ ਕਿਸੇ, ਬਾਕੀ ਬੱਚਿਆਂ ਦਾ ਗੁਨਾਹ ਕੀ ਹੈ, ਕੁਛ ਨਹੀਂ ਕੀਤਾ ਉਹਨਾਂ ਨੇ। ਉਹ ਜੁੱਲਿਆਂ 'ਚ ਬੈਠੇ ਜਦੋਂ ਸਾਹਿਬਜ਼ਾਦਿਆਂ ਦੀਆਂ, ਫਿਰ ਉਹ ਮੋਤੀ ਰਾਮ ਮਹਿਰੇ ਦੀ ਮਾਂ ਨੇ ਕਿਹਾ ਬੇਟਾ ਚਲੋ ਜੇ ਪ੍ਰਸ਼ਾਦਾ ਨਹੀਂ ਲਿਜਾ ਸਕਦੇ ਤੇ ਅਸੀਂ ਤੁਹਾਨੂੰ ਨਾ ਦੁੱਧ ਗਰਮ ਕਰਕੇ ਸ਼ੁਹਾਰੇ ਪਾ ਕੇ, ਦੁੱਧ ਨਾਲ ਸਰੀਰ ਗਰਮ ਹੋ ਜਾਂਦੇ, ਗਰਮ ਦੁੱਧ ਤੂੰ ਛਕਾ ਕੇ ਆ। ਉਹ ਕਹਿੰਦੇ ਨਾ ਜਾਣ। ਫਿਰ ਕਹਿੰਦਾ ਮੈਂ ਕੋਸ਼ਿਸ਼ ਕਰਦਾ। ਚੱਲਣ ਲੱਗਿਆ ਘਰੋਂ ਘਰ ਵਾਲੀ ਨੇ ਗਹਿਣੇ ਦਿੱਤੇ, ਜੇ ਉਹ ਨਾ ਜਾਣ ਦੇਣ ਨਾ ਤੇ ਤੁਸੀਂ ਉਹਨਾਂ ਨੂੰ ਲਾਲਚ ਦੇ ਦਿਓ। ਤੁਸੀਂ ਆਪ ਕਿਤੇ ਕਹਿੰਦੇ ਹੋ, ਉਹ ਲਾਲਚ 'ਚ ਆ ਜਾਂਦੇ ਹੈ। ਮੋਤੀ ਰਾਮ ਮਹਿਰੇ ਨੇ ਘਰੋਂ ਜਿੰਨੇ ਚਾਂਦੀ ਦੇ ਸਿੱਕੇ ਸਨ ਜੇਬ 'ਚ ਪਾਏ, ਜਿੰਨੇ ਘਰ ਵਾਲੀ ਦੇ ਗਹਿਣੇ ਆਪਣੀ ਜੇਬ 'ਚ ਪਾਏ, ਦੁੱਧ ਲੈ ਕੇ ਚੱਲਿਆ ਗਰਮ ਕਰਕੇ। ਸਿਪਾਹੀਆਂ ਨੇ ਰੋਕਿਆ, ਤੇਰੀ ਡਿਊਟੀ ਖਤਮ ਹੈ, ਤੂੰ ਸਾਹਿਬਜ਼ਾਦਿਆਂ ਕੋਲ ਨਹੀਂ ਜਾ ਸਕਦਾ। ਫਿਰ ਉਹਨਾਂ ਨੂੰ ਇਹਨੇ ਲਾਲਚ ਦਿੱਤਾ, ਕਹਿੰਦਾ ਕਿਸੇ ਨੂੰ ਨਹੀਂ ਦੱਸਾਂਗਾ, ਤੁਸੀਂ ਮੋਹਰਾਂ ਲੈ ਲਓ, ਆਹ ਤੁਸੀਂ ਗਹਿਣੇ ਲੈ ਲਓ। ਉਹ ਮਾਤਾ ਕੋਲ ਨਾ ਦੁੱਧ ਲੈ ਕੇ ਪਹੁੰਚ ਜਾਂਦਾ ਹੈ ਮੋਤੀ ਰਾਮ ਮਹਿਰਾ। ਜਾ ਕੇ ਕਹਿੰਦੇ ਮਾਂ ਤੁਸੀਂ ਆਪ ਵੀ ਦੁੱਧ ਛਕੋ, ਬੱਚਿਆਂ ਸਾਹਿਬਜ਼ਾਦਿਆਂ ਨੂੰ ਵੀ ਦੁੱਧ ਛਕਾਓ। ਦਾਦੀ ਮਾਂ ਕਹਿੰਦੀ ਮੋਤੀ ਰਾਮ ਤੈਨੂੰ ਅੱਗੇ ਵੀ ਕਿਹਾ ਸੀ ਇਹਨਾਂ ਦੀ ਰਸੋਈ ਦਾ ਅਸੀਂ ਕੁਝ ਨਹੀਂ ਖਾਣਾ ਹੈ। ਮੋਤੀ ਰਾਮ ਮਹਿਰਾ ਕਹਿੰਦਾ ਮਾਂ ਇਹਨਾਂ ਦੀ ਰਸੋਈ 'ਚੋਂ ਮੈਂ ਕੁਝ ਨਹੀਂ ਲੈ ਕੇ ਆਇਆ, ਭਾਵੇਂ ਮੈਂ ਡਿਊਟੀ ਇੱਥੇ ਕਰਦਾ, ਮੈਂ ਤਨਖਾਹ ਤੋਂ ਗੁਜ਼ਾਰਾ ਕਰਨ ਵਾਲਾ ਧਰਮੀ ਬੰਦਾ ਹੈ, ਮੈਂ ਇਸਲਾਮ ਦੇ ਅੰਦਰ ਪੱਕਾ ਹੈ, ਪਰ ਤੁਹਾਡੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬੱਚਿਆਂ ਦੀ ਮਾਂ ਦੀ ਸੇਵਾ ਕਰਨੀ ਚਾਹੁੰਦਾ। ਮੇਰੀ ਧਰਮ ਦੀ ਕਿਰਤ ਹੈ, ਮਾਂ ਮੈਂ ਆਪਣੀ ਰਸੋਈ 'ਚੋਂ ਲੈ ਕੇ ਆਇਆ, ਇਹਨਾਂ ਮੁਗਲਾਂ ਦੀ ਰਸੋਈ ਦਾ ਨਹੀਂ ਹੈ। ਤੇ ਮਾਂ ਗੁਜਰ ਕੌਰ ਨੇ ਪੁੱਛਿਆ ਬੇਟਾ ਆਇਆ ਕਿਵੇਂ ਹੈ? ਕਹਿੰਦੇ ਇਹਨਾਂ ਨੂੰ ਲਾਲਚ ਗਹਿਣੇ ਦੇ ਕੇ। ਫਿਰ ਮਾਂ ਗੁਜਰ ਕੌਰ ਨੇ ਪੁੱਛਿਆ ਤੇਰੇ ਬੱਚੇ ਕਿੰਨੇ ਆ? ਕਹਿੰਦਾ ਇੱਕ 7 ਕੁ ਸਾਲ ਦੀ ਧੀ, ਇੱਕ 4 ਕੁ ਸਾਲ ਦਾ ਬੇਟਾ ਹੈ। ਤੇ ਦਾਦੀ ਮਾਂ ਮੋਤੀ ਰਾਮ ਮਹਿਰੇ ਨੂੰ ਬੁੱਕਲ 'ਚ ਲੈ ਕੇ ਕਹਿੰਦੀ 2 ਪੋਤਰੇ ਮੇਰੇ ਤੁਰ ਜਾਣੇ ਨੇ, ਇਹਨਾਂ ਦਾ ਤੇ ਦੁੱਖ ਸਹਾਰ ਲਾ ਕਿ ਮੈਂ ਕਿੰਨੇ ਕੁ ਪੋਤਰੇ ਕੁਰਬਾਨ ਕਰਾਂਗੀ, ਤੇਰੇ ਬੱਚਿਆਂ ਨੂੰ ਨਹੀਂ ਇਹਨੇ ਛੱਡਣਾ ਜੇ ਇਹਨਾਂ ਨੂੰ ਪਤਾ ਲੱਗ ਗਿਆ ਤਾਂ। ਜਾ ਬੇਟਾ ਤੂੰ ਦੁੱਧ ਵਾਪਸ ਲੈ ਜਾ।
ਉਹ ਮੋਤੀ ਰਾਮ ਮਹਿਰਾ ਇਹ ਧਰਮ ਕਮਾਉਣ ਵਾਲੇ ਮਿਲ ਜਾਂਦੇ ਨੇ ਗੁਰਮੁਖ। ਮੋਤੀ ਰਾਮ ਮਹਿਰਾ ਕਹਿੰਦੇ ਮਾਂ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਬੱਚੇ ਸਾਡੇ ਤੋਂ ਕੁਰਬਾਨ ਕਰ ਦਿੱਤੇ, ਜੇ ਸੇਵਾ ਕਰਕੇ ਮੇਰੇ ਬੱਚਿਆਂ ਨੂੰ ਕੁਝ ਹੁੰਦਾ ਮੈਂ ਸੇਵਾ ਜ਼ਰੂਰ ਕਰਨੀ ਚਾਹਾਂਗਾ। ਉਹਨੇ ਦੁੱਧ ਛਕਾਇਆ। 2 ਦਿਨ ਸਾਡਾ ਇਤਿਹਾਸ ਕਹਿੰਦੇ ਉਹ ਦੁੱਧ ਛਕਾਇਆ, ਪਹਿਲੇ ਦਿਨ ਔਰ ਦੂਸਰੇ ਦਿਨ। ਉਹ ਚਲੋ ਜੀ ਉਹ ਦੁੱਧ ਛਕਾਉਂਦਾ, ਚਲੋ ਬੱਚਿਆਂ ਨੂੰ ਥੋੜ੍ਹੀ ਜਿਹੀ ਨਿੱਘ ਗਰਮ ਸੀ, ਦੁੱਧ ਛੁਹਾਰੇ ਵਿੱਚ ਪਾਲੇ ਹੋਏ ਆ, ਬੱਚਿਆਂ ਨੂੰ ਨਿੱਘ ਮਿਲੀ। ਦੂਸਰੇ ਦਿਨ ਫਿਰ ਉਹਨੇ ਇਸੇ ਤਰ੍ਹਾਂ ਸੇਵਾ ਕੀਤੀ। ਹੁਣ ਤੀਸਰੀ ਪੇਸ਼ੀ ਤੇ ਬੱਚੇ ਚੱਲੇ ਆ। ਜਦੋਂ ਲੈ ਕੇ ਗਏ ਨਾ, ਉਹ ਲੈਣ ਆਏ ਸਿਪਾਹੀ। ਕੱਲ੍ਹ ਦਾਸ ਨੇ ਇੱਥੋਂ ਤੱਕ ਇਤਿਹਾਸ ਸਰਵਣ ਕਰਾਇਆ ਸੀ ਵੀ ਦਾਦੀ ਮਾਂ ਦੇ ਕੋਲੋਂ ਲੰਘ ਚੱਲੇ ਐ। ਫਤਿਹ ਸਿੰਘ ਕਹਿੰਦੇ ਦਾਦੀ ਮਾਂ ਅੱਗੇ 2 ਪੇਛੀਆਂ ਤੇ ਕਹਿੰਦੀ ਸਾਂ ਬੇਟਾ ਚੜ੍ਹਦੀ ਕਲਾ ਨਾਲ ਜਾਇਓ, ਚੜ੍ਹਦੀ ਕਲਾ ਨਾਲ ਹੀ ਆਇਓ, ਮੈਂ ਤੁਹਾਡਾ ਇੰਤਜ਼ਾਰ ਕਰਾਂਗੀ। ਦਾਦੀ ਮਾਂ ਅੱਜ ਚੱਲਣ ਲੱਗਿਆ ਤੁਸੀਂ ਇਹ ਗੱਲ ਨਹੀਂ ਕਹੀ ਮੈਂ ਤੁਹਾਡਾ ਇੰਤਜ਼ਾਰ ਕਰਾਂਗੀ। ਦਾਦੀ ਮਾਂ ਕਹਿੰਦੀ ਬੇਟਾ ਅੱਜ ਮੈਂ ਤੁਹਾਡਾ ਇੰਤਜ਼ਾਰ ਨਹੀਂ ਕਰਨਾ, ਅੱਜ ਤੁਹਾਡਾ ਇੰਤਜ਼ਾਰ ਤੁਹਾਡੇ ਦਾਦਾ ਜੀ ਕਰ ਰਹੇ, ਅੱਜ ਮੇਰੀ ਬੁੱਕਲ 'ਚ ਨਹੀਂ, ਤੁਸੀਂ ਆਪਣੇ ਦਾਦਾ ਜੀ ਦੀ ਬੁੱਕਲ 'ਚ ਚਲੇ ਜਾਣਾ। ਅੱਜ ਤੁਸੀਂ ਆਪਣੇ ਮਾਂ ਕੋਲ ਚਲੇ ਜਾਣਾ। ਸਾਹਿਬਜ਼ਾਦੇ ਚੜ੍ਹਦੀ ਕਲਾ ਦੇ ਨਾਲ ਚੱਲੇ ਜੀ। ਥੱਲੇ ਲਿਆਂਦਾ ਸਾਹਿਬਜ਼ਾਦਿਆਂ ਨੂੰ, ਵਜੀਦ ਖਾਂ ਦੀ ਕਚਹਿਰੀ 'ਚ ਪੇਸ਼ ਕੀਤਾ। ਉਹ ਵਜੀਦ ਖਾਂ ਕਹਿੰਦਾ ਹਾਂ ਵੀ ਬੱਚਿਓ ਦੀਨ ਇਸਲਾਮ ਕਬੂਲ ਕਰਦੇ ਹੋ ਕਿ ਨਹੀਂ? ਕਹਿੰਦੇ ਜੀ ਤੁਹਾਨੂੰ ਪਹਿਲਾਂ ਹੀ ਕਿਹਾ ਸਿਰ ਕੱਟੇ ਜਾ ਸਕਦੇ, ਐਸਾ ਜੋ ਸੋਚਦੇ ਹੋ ਤੁਸੀਂ ਉਹ ਨਹੀਂ ਹੋਣਾ। ਫਿਰ ਪਤਾ ਕੀ ਕਹਿੰਦੇ? ਫਿਰ ਉਹ ਕਹਿੰਦੇ ਵੀ ਇਹਨਾਂ ਨੂੰ ਪਿੱਪਲ ਨਾਲ ਬੰਨ੍ਹ ਦਿਓ, ਪਿੱਪਲ ਦੇ ਦਰਖਤਾਂ ਨੂੰ। ਸਾਹਿਬਜ਼ਾਦਿਆਂ ਨੂੰ ਸਿੱਧਾ ਨਹੀਂ ਜਾਂਦਿਆਂ ਨਹੀਂ ਅੱਜ ਖਿਲਾਰ ਦਿੱਤਾ, ਬਹੁਤ ਟੌਰਚਰ ਕੀਤਾ ਉਹਨਾਂ ਨੂੰ। ਇੱਕ ਪਿੱਪਲ ਦੇ ਪੀਪਲ ਬਾਂਦ ਗਲੇਲੇ ਮਾਰੇ, ਇਤਿਹਾਸਕ ਬੋਲ ਨੇ ਸਾਡੇ ਕੋਲ। ਪਿੱਪਲ ਦੇ ਨਾਲ ਇਸ ਤਰ੍ਹਾਂ ਨਾ ਪਿੱਛੋਂ ਬਾਹਾਂ ਲਿਜਾ ਕੇ ਰੱਸੇ ਨਾਲ ਪਿੱਪਲ ਦੇ ਪਿੱਛੇ ਬੰਨ੍ਹ ਦਿੱਤੀਆਂ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਨੂੰ। ਇਹਨਾਂ ਨੇ ਹੱਥ 'ਚ ਗਲੇਲ ਲਈ ਤੇ ਗਲੇਲ 'ਚ ਪੱਥਰ ਪਾ ਕੇ ਨਾ ਸਾਹਿਬਜ਼ਾਦਿਆਂ ਦੇ ਮੂੰਹ ਤੇ ਦੂਰੋਂ ਬੜੇ ਜ਼ੋਰ ਨਾਲ, ਜਿਵੇਂ ਤੀਰ ਚੱਲਦੇ ਜਾਂ ਕਿਸੇ ਪੰਛੀ ਨੂੰ ਗਲੇਲ ਨਾਲ ਮਾਰਿਆ ਜਾਂਦਾ, ਇਹਨਾਂ ਨੇ ਸਾਹਿਬਜ਼ਾਦਿਆਂ ਦੇ ਮੂੰਹ ਤੇ ਉਹ ਪੱਥਰ ਮਾਰੇ ਗਲੇਲਾਂ ਨਾਲ ਖਿੱਚ ਖਿੱਚ ਕੇ। ਸਾਡਾ ਇਤਿਹਾਸ ਕਹਿੰਦੇ ਬਾਬਾ ਫਤਿਹ ਸਿੰਘ ਦਾ ਆਨਾ ਬਾਹਰ ਆ ਗਿਆ, ਖੱਬੀ ਅੱਖ ਦਾ ਜਿਹੜਾ ਆਨਾ ਹੈ ਨਾ ਉਹ ਫਤਿਹ ਸਿੰਘ ਦਾ ਬਾਹਰ ਆ ਗਿਆ ਸੀ। ਮੂੰਹ ਸਾਰੇ ਤੇ ਜ਼ਖਮ ਹੋ ਗਏ। ਸੋਚ ਗਿਆ ਅਸੀਂ ਸਰੀਰ ਦੇ ਹੋਰ ਰੰਗ ਤੇ ਕੋਈ ਦਰਦ ਹੋਵੇ, ਕੱਟ ਲੱਗ ਜੇ ਬਰਦਾਸ਼ਤ ਕਰ ਸਕਦੇ ਆ। ਅੱਖ 'ਚ ਨਿੱਕਾ ਜਿਹਾ ਵੀ ਇੱਕ ਕੋਈ ਤਿਣਕਾ ਚਲਾਦਾ ਵੀ ਉਹ ਸਾਨੂੰ ਬੜਾ ਡਿਸਟਰਬ ਕਰਦਾ ਹੈ। ਸਾਹਿਬਜ਼ਾਦੇ ਦੀ ਅੱਖ 'ਚ ਅੱਧੇ ਬੇਹੋਸ਼ ਹੋ ਗਏ ਸਾਹਿਬਜ਼ਾਦੇ, ਸਿਰ ਲਟਕ ਕੇ ਧੌਣਾਂ ਦੇ ਨਾਲ ਰੱਸਿਆਂ ਨਾਲ ਬੰਨੇ ਹੋਏ ਸਨ ਤੇ ਮੂੰਹ ਤੇ ਚਪੇੜਾ ਮਾਰ ਮਾਰ ਕੇ ਸਾਹਿਬਜ਼ਾਦਿਆਂ ਨੂੰ ਜਦੋਂ ਪੱਥਰ ਵੱਜ ਕੇ ਸਾਰਾ ਮੂੰਹ ਜ਼ਖਮੀ ਹੋ ਗਿਆ। ਉਹ ਬੇਹੋਸ਼ੀ ਅੱਧੀ ਦੀ ਹਾਲਤ 'ਚ ਮੂੰਹ ਤੇ ਚਪੇੜਾ ਮਾਰ ਮਾਰ ਕਹਿੰਦੇ ਦੱਸੋ ਹੁਣ ਦੀਨੇ ਇਸਲਾਮ ਕਬੂਲ ਕਰਦੇ ਹੋ ਕਿ ਨਹੀਂ? ਸਾਹਿਬਜ਼ਾਦਿਆਂ ਨੂੰ ਜਿੰਨੀ ਕੁ ਹੋਈ ਸੀ ਆਪਣੇ ਸਿਰ ਲਾਉਂਦੇ ਰਹੇ, ਕਹਿੰਦੇ ਕਦੇ ਵੀ ਨਹੀਂ, ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੁੱਤਰ ਹੈ, ਤੁਸੀਂ ਸਾਨੂੰ ਐਵੇਂ ਮਾਰੋ ਨਾ, ਤੁਸੀਂ ਸਾਡੇ ਸਿਰ ਲਾਹ ਦੇਣਾ ਕਰੋ ਤੁਸੀਂ ਧੜਾ ਦੇ ਨਾਲੋਂ। ਉਹ ਜੁਰਤ ਨਾਲ ਅੱਗੋਂ ਬੋਲਦੇ ਰਹੇ। ਉਹ ਬੇਹੋਸ਼ ਹੋ ਗਏ ਜੀ। ਉਹਨਾਂ ਨੂੰ ਰੱਸੇ ਖੋਲ ਕੇ ਲਾਇਆ ਗਿਆ। ਫਿਰ ਉਹਨਾਂ ਦੇ ਮੂੰਹ ਤੇ ਪਾਣੀ ਦੇ ਛੱਟੇ ਮਾਰੇ, ਉਹਨਾਂ ਨੂੰ ਹੋਸ਼ 'ਚ ਲਿਆਂਦਾ ਗਿਆ। ਫਿਰ ਉਹਨਾਂ ਨੂੰ ਛੁਰੀਆਂ ਵਿਖਾਈਆਂ ਗਈਆਂ ਵੀ ਤੁਹਾਡੀਆਂ ਅੱਖਾਂ ਅਸੀਂ ਜਿਉਂਦਿਆਂ ਦੀਆਂ ਇਹਨਾਂ ਛੁਰੀਆਂ ਨਾਲ ਕੱਢ ਦੇਣੀਆਂ। ਉਹ ਕਹਿੰਦੇ ਕੋਈ ਗੱਲ ਨਹੀਂ, ਮਰਨਾ ਤੇ ਇੱਕ ਦਿਨ ਹੈ ਹੀ ਹੈ, ਸਾਡੇ ਬਾਪ ਨੇ ਹੀ ਸਿਖਾਇਆ। ਉਹਨਾਂ ਨੇ ਦਿੱਲੀ ਸ਼ਹਾਦਤ ਦੇ ਦਿੱਤੀ, ਸਾਡੇ ਵੱਡਿਆਂ ਨੇ ਤਵੀ ਤੇ ਚੌਂਕੜੇ ਮਾਰੇ, ਦਾਦੀ ਜੀ ਨੇ 2 ਰਾਤਾਂ ਇਹੀ ਤੇ ਸਾਨੂੰ ਦ੍ਰਿੜ ਕਰਵਾਇਆ। ਕਹਿੰਦੇ ਤੁਹਾਡੀ ਮਰਜ਼ੀ। ਫਿਰ ਸਾਹਿਬਜ਼ਾਦਿਆਂ ਦੇ 9 ਖਿੱਚੇ ਗਏ ਜੀ। ਇਹ ਇੱਕ ਬਹੁਤ ਵੱਡਾ ਕਸ਼ਟ ਹੈ। ਉਹ ਕਿਸੇ ਚੀਜ਼ ਨਾਲ ਉਂਗਲਾਂ ਦੇ ਪੋਟੇ ਤੱਕ ਸਾਡਾ ਇਤਿਹਾਸ ਕਹਿੰਦਾ ਕੱਟੇ ਗਏ ਸਾਹਿਬਜ਼ਾਦੇ, ਬਹੁਤ ਟੌਰਚਰ ਕੀਤਾ। ਉਹ ਚੜ੍ਹਦੀ ਕਲਾ ਦੇ ਵਿੱਚ ਗੁਰਮੁਖ ਪਾਰੇ ਰਹੇ। ਉਹ ਕਹਿੰਦੇ ਸਰੀਰ ਨੇ ਤੇ ਇੱਕ ਦਿਨ ਉਹ ਜਾਣਾ ਹੀ ਹੈ, ਭਾਵੇਂ ਬੰਦ ਵੀ। ਉਹ ਸਾਡੇ ਭਾਈ ਮਣੀ ਸਿੰਘ ਦਾ ਇਤਿਹਾਸ ਦਾਸ ਨੇ ਬਹੁਤ ਵਾਰੀ ਸਰਵਣ ਕਰਵਾਇਆ। ਕਹਿੰਦੇ ਜੀ ਅੰਗ ਨਾ ਕੱਟੋ, ਬੰਦ ਕੱਟੋ। ਕਹਿੰਦੇ ਉਹ ਕਹਿੰਦੇ ਬਾਪੂ 94 ਸਾਲ ਦੀ ਉਮਰ ਸੀ ਬਾਪੂ ਮਣੀ ਸਿੰਘ ਦੀ। ਕਹਿੰਦੇ ਬਾਪੂ ਸਾਰੇ ਆਪਣਾ ਦੁੱਖ ਘਟਾਉਣਾ ਚਾਹੁੰਦੇ, ਤੂੰ ਕਿਉਂ ਵਧਾਉਣਾ ਚਾਹੁੰਦਾ ਹੈ? ਤੇ ਬਾਪੂ ਨੇ ਬੋਲ ਕੇ ਸਾਨੂੰ ਗੱਲ ਦੁੱਖ ਦੀ ਨਹੀਂ, ਵਧਾਉਣ ਘਟਾਉਣ ਦੀ। ਪਹਿਲੀ ਗੱਲ ਤੇ ਸਿੱਖ ਨੂੰ ਕੋਈ ਦੁੱਖ ਲੱਗਦਾ ਹੀ ਨਹੀਂ ਹੈ। ਗੱਲ ਇਹ ਹੈ ਵੀ ਅਸੀਂ ਬਾਣੀ ਦੇ ਅਰਥ ਕਰਨੇ ਆ। ਮਹਾਰਾਜ ਕਹਿੰਦੇ ਪੁਰਜਾ ਕੱਟ ਮਰੇ, ਤੂੰ ਅੰਗ ਕੱਟੇਗਾ ਫਿਰ ਪੁਰਜਾ ਕੱਟਣ ਵਾਲਾ ਇਤਿਹਾਸ ਅਸੀਂ ਕਿੱਥੋਂ ਲਿਆਵਾਂਗੇ? ਅਸੀਂ ਆਪਣੇ ਸਰੀਰ ਦਾ ਪੁਰਜਾ ਘਟਾ ਕੇ ਅਸੀਂ ਅੱਜ ਇਤਿਹਾਸ ਰਚਨਾ ਹੈ। ਸਾਹਿਬਜ਼ਾਦੇ ਵੀ ਕਹਿੰਦੇ ਹੈ ਅਸੀਂ ਨਿੱਕਿਆਂ ਨੇ ਤਸੀਹੇ ਝੱਲ ਕੇ ਆਪਣੇ ਸੀਸ ਦੇ ਕੇ ਇੱਕ ਇਤਿਹਾਸ ਰਚਨਾ ਹੈ। ਜੇ ਤੁਸੀਂ ਤਸੀਹੇ ਨਹੀਂ ਦਿਓਗੇ ਤੇ ਅਸੀਂ ਇਤਿਹਾਸ ਕਿਵੇਂ ਫਿਰ ਰਚ ਸਕਾਂਗੇ? 4 ਸਾਹਿਬਜ਼ਾਦੇ ਮਹਾਰਾਜ ਦੇ ਸ਼ਹੀਦ ਹੋਏ, 2 ਲੜ ਕੇ ਸ਼ਹੀਦ ਹੋਏ ਆ। ਦਾਸ ਨੇ ਬੇਨਤੀ ਕੀਤੀ ਸੀ ਚਮਕੌਰ ਦੇ ਯੁੱਧ ਦੀ, ਲੜ ਕੇ ਸ਼ਹੀਦ ਹੋਣਾ ਸਾਡੇ ਵਾਸਤੇ ਬਹੁਤ ਔਖਾ ਹੈ।
ਵੀ ਲੱਖਾਂ ਦੇ ਵਿੱਚ ਤਲਵਾਰ ਲੈ ਕੇ ਜਾਣਾ ਜਾਂ ਨਿਹੱਥ ਉੱਥੇ ਚਲੇ ਜਾਣਾ। ਪਰ ਚਲੋ ਕਿਤੇ ਨਾ ਕਿਤੇ ਜਿਹੜੀ ਸ਼ਹਾਦਤ ਥੋੜ੍ਹੀ ਜਿਹੀ ਸੌਖੀ ਹੋ ਜਾਂਦੀ ਹੈ। ਚਾਰਾਂ ਨੂੰ ਮਾਰਿਆ, ਅਗਲੇ ਦੇ ਵਾਰ ਆਏ, ਉਹ ਧੌਣ ਲਾ ਕੇ ਚਲੇ ਗਏ, ਕਿਤੇ ਨਾ ਕਿਤੇ ਸੌਖੀ ਹੈ। ਖੜ ਕੇ ਸ਼ਹੀਦ ਹੋਣਾ, ਅੜ ਕੇ ਸ਼ਹੀਦ ਹੋਣਾ ਬੜਾ ਔਖਾ ਹੈ। ਗੁਰੂ ਸਾਹਿਬ ਦੇ 2 ਪੁੱਤਰ ਲੜ ਕੇ ਸ਼ਹੀਦ ਹੋਏ, 2 ਪੁੱਤਰ ਖੜ ਕੇ ਸ਼ਹੀਦ ਹੋਏ ਹੈ। ਜਿਹੜੇ ਲੜ ਕੇ ਸ਼ਹੀਦ ਹੋਏ, ਦਾਸ ਨੇ ਬੇਨਤੀ ਕੀਤੀ ਸੀ ਸਾਹਿਬਜ਼ਾਦੇ ਸ਼ਹੀਦ ਹੋ ਗਏ, ਰੂਹ ਨਿਕਲ ਗਈ ਸਰੀਰ ਚੋਂ। ਇਹ ਪਾਪੀ ਮੁਗਲ ਟਕਮਿਆਂ ਦੇ ਨਾਲ ਫਿਰ ਵੀ ਸਾਹਿਬਜ਼ਾਦਿਆਂ ਦੇ ਸਰੀਰਾਂ ਤੇ ਵਾਰ ਕਰਦੇ ਰਹੇ ਸਨ। ਗੁਰੂ ਗੋਬਿੰਦ ਸਿੰਘ ਸਾਹਿਬ ਵਾਲਾ ਸਾਰਾ ਗੁੱਸਾ ਵਜੀਦ ਖਾਨ ਨੇ ਬਾਬਾ ਜੀਤ ਸਿੰਘ ਜੁਝਾਰ ਸਿੰਘ ਦੀ ਬੋਡੀ ਤੇ ਕੱਢਿਆ ਸੀ। ਜਿਹੜਾ ਕੋਲ ਦੀ ਲੰਘਦਾ ਸੀ ਨਾ, ਉਹ ਬਰਛੇ ਦੀ ਨੋਕ ਚੋਬ ਕੇ ਜਾਂਦਾ ਸੀ ਸਾਹਿਬਜ਼ਾਦਿਆਂ ਦੇ ਸਰੀਰ 'ਚ। ਤੇ ਫਿਰ ਤਾਂ ਹੀ ਤੇ ਉਹ ਬੀਬੀ ਹਰਸ਼ਰਨ ਕੌਰ ਨੇ ਜਦੋਂ ਲਾਸ਼ਾਂ ਦਾ ਸੰਸਕਾਰ ਕੀਤਾ ਸੀ ਨਾ, ਸਾਰੇ ਸਿੱਖਾਂ ਦੇ ਸਰੀਰ ਤੇ ਸਾਰੇ ਚੁੱਕੇ ਗਏ ਸਨ। ਸਾਹਿਬਜ਼ਾਦਿਆਂ ਦੀਆਂ ਬਾਹਾਂ, ਲੱਤਾਂ ਤੇ ਸਰੀਰ ਅੱਡ-ਅੱਡ ਚੁੱਕਿਆ ਗਿਆ ਸੀ। ਉੱਥੋਂ ਇਕੱਠਾ ਸਰੀਰ ਨਹੀਂ ਸੀ ਹਰਸ਼ਰਨ ਕੌਰ ਚੁੱਕ ਸਕੀ, ਇੰਨੇ ਸਰੀਰ ਤੇ ਵਾਰ ਕੀਤੇ ਸਨ ਇਹਨਾਂ ਪਾਪੀਆਂ ਨੇ। ਬਾਬਾ ਜੀਤ ਸਿੰਘ ਦਾ ਪੜ੍ਹਦੇ ਨਾ 392 ਵਾਰ, 392 ਟੱਕ ਲਾਏ ਸਨ ਇਹਨਾਂ ਨੇ ਬਾਬਾ ਜੀਤ ਸਿੰਘ ਦੇ ਸਰੀਰ ਦੇ ਉੱਪਰ। ਇੱਥੇ ਤੇ ਸਾਹਿਬਜ਼ਾਦੇ ਉਹਨਾਂ ਦੇ ਹੱਥ 'ਚ ਨੇ ਜੋ ਮਰਜ਼ੀ। ਫਿਰ ਖੀਰ ਨੂੰ ਬੱਚੇ ਥੋੜ੍ਹੀ ਜਿਹੀ ਸੁਰਤ 'ਚ ਆਉਂਦੇ ਹੈ। ਮੋਤੀ ਰਾਮ ਮਹਿਰਾ ਵਿਚਾਰਾ ਵੇਖ ਰਿਹਾ, ਲੁਕ ਲੁਕ ਕੇ ਰੋਂਦਾ, ਆਪਣੀਆਂ ਅੱਖਾਂ ਪੂੰਝ ਲੈਂਦਾ ਵੀ ਇਹ ਕੀ ਪਾਪ ਹੋ ਰਿਹਾ। ਫਿਰ ਉਹ ਨੀਆਂ ਦੇ ਉੱਥੇ ਲੈ ਜਾਂਦੇ, ਕਹਿੰਦੇ ਇਹਨਾਂ ਨੂੰ ਨੀਆਂ 'ਚ ਚਿੱਤ ਅੱਜ ਇਹਨਾਂ ਨੂੰ ਖਤਮ ਕਰਨਾ ਹੈ। ਵਜੀਦ ਖਾਂ ਕਹਿੰਦਾ, ਫਤਵਾ ਕਾਜੀ ਨੇ ਕੱਲ੍ਹ ਹੀ ਜਾਰੀ ਕੀਤਾ। ਉਹ ਸਾਹਿਬਜ਼ਾਦੇ ਜਾਣ ਲੱਗੇ, ਕਹਿੰਦੇ ਸਨ ਦਾਦੀ ਮਾਂ ਅੱਜ ਇਹਨਾਂ ਨੇ ਸਾਨੂੰ ਨੀਆਂ 'ਚ ਚਿਣ ਦੇਣਾ ਹੈ। ਤੇ ਦਾਦੀ ਮਾਂ ਨੇ ਕਿਹਾ ਸੀ ਬੇਟਾ ਨੀਆਂ 'ਚ ਚਿਣਨਗੇ, ਤੁਹਾਨੂੰ ਮਾਰ ਥੋੜ੍ਹੀ ਦੇਣਗੇ। ਸ਼ਹੀਦ ਦੀ ਕਦੇ ਬੇਟਾ ਮੌਤ ਨਹੀਂ ਹੁੰਦੀ। ਨੀਆਂ 'ਚ ਚਿਣਨਗੇ, ਤੁਹਾਨੂੰ ਇਹ ਮਾਰ ਨਹੀਂ ਸਕਣਗੇ। ਸ਼ਹੀਦ ਕਦੇ ਮਰਦਾ ਨਹੀਂ। ਸਾਹਿਬਜ਼ਾਦਿਆਂ ਨੂੰ ਲਿਆਂਦਾ ਗਿਆ ਜਿੱਥੇ ਨੀਆਂ 'ਚ ਚਿਣਨਾ। ਉਹ ਕਾਰੀਗਰ ਸੱਦਿਆ ਇਹਨਾਂ ਨੇ, ਕੰਧ ਉਸਾਰਨ ਲੱਗੇ। ਸਾਹਿਬਜ਼ਾਦੇ ਫਿਰ ਚੜ੍ਹਦੀ ਕਲਾ 'ਚ ਖੜੇ, ਨਾ ਡਰੇ ਡੋਲੇ ਨਾ ਘਬਰਾਏ। ਤੇ ਇਤਿਹਾਸ ਕਹਿੰਦਾ ਜਦੋਂ ਸਾਹਿਬਜ਼ਾਦਿਆਂ ਦੇ ਬਾਬਾ ਫਤਿਹ ਸਿੰਘ ਦੇ ਗੋਡਿਆਂ ਤੇ ਇੱਟਾਂ ਗਈਆਂ ਨਾ, ਤੇ ਕੋਲ ਸੁੱਚਾ ਨੰਦ ਪਾਪੀ ਖੜਾ ਹੈ। ਤੇ ਜਦੋਂ ਇੱਟ ਛਾਂਗਣ ਲੱਗਾ ਨਾ, ਵੀ ਗੋਡੇ ਵਧੇ ਹੁੰਦੇ ਨੇ ਥੋੜੇ ਜਿਹੇ, ਗਾਹ ਸਿੱਧੀ ਇੱਟ ਲਾਉਣੀ ਸੀ, ਛਾਂਗਣ ਲੱਗਾ ਤੇ ਉਹਦੀ ਤੇਸੀ ਉਹ ਫੜ ਕੇ ਹੱਥ ਫੜ ਕੇ ਕਾਜੀ ਕਰਦਾ। ਕਹਿੰਦੇ ਸੁੱਚਾ ਨੰਦ ਕਹਿੰਦਾ ਸ਼ਾਹੀ ਖਜ਼ਾਨੇ ਦੀਆਂ ਇੱਟਾਂ ਕਿਉਂ ਖਰਾਬ ਕਰਦੇ, ਇਹਨਾਂ ਦੇ ਗੋਡੇ ਛਾਂਗ ਕੇ ਇੱਟਾਂ ਲਾ। ਉਹਨੇ ਤੇਸੇ ਨਾਲ ਗੋਡੇ ਵੱਢੇ ਸਨ, ਨਾ ਕਿ ਇੱਟਾਂ ਛਾਂਗ ਕੇ ਲਾਈਆਂ ਸਨ। ਸਾਡੇ ਕੋਲ ਇਤਿਹਾਸ ਹੈ। ਉਹ ਫਿਰ ਬਾਬਾ ਫਤਿਹ ਸਿੰਘ ਦੇ ਉੱਪਰ ਜਾਂਦੇ, ਉਹ ਜਕਾਰੇ ਲਾਉਂਦੇ ਨੇ ਚੜ੍ਹਦੀ ਕਲਾ ਦੇ ਨਾਲ, ਹੱਸਦੇ ਰਹੇ ਆਪਸ ਵਿੱਚ। ਜਿਵੇਂ ਜਿਵੇਂ ਹੱਸਦੇ ਨੇ ਇਹਨਾਂ ਨੂੰ ਹੋਰ ਗੁੱਸਾ ਚੜ੍ਹਦਾ। ਜਿਹੜਾ ਤੁਹਾਡਾ ਵਿਰੋਧੀ ਤੁਹਾਡੇ ਹਾਸੇ ਤੇ ਬੜਾ ਦੁਖੀ ਹੋਏਗਾ। ਚਲੋ ਜੀ, ਛਾਤੀ ਤੱਕ ਕੰਧ ਆ ਗਈ ਬਾਬਾ ਫਤਿਹ ਸਿੰਘ ਦੇ। ਤੇ ਬਾਬਾ ਜੋਰਾਵਰ ਸਿੰਘ ਕਹਿੰਦੇ ਵੀਰ ਜੀ ਆਏ ਸੰਸਾਰ ਤੇ ਮੇਰੇ ਤੋਂ ਬਾਅਦ ਹੋ, ਪਰ ਅੱਜ ਚਲੇ ਤੁਸੀਂ ਮੇਰੇ ਤੋਂ ਪਹਿਲਾਂ ਜਾਣਾ। ਵੀ ਬਾਬਾ ਜੋਰਾਵਰ ਸਿੰਘ ਨੂੰ ਪਤਾ ਸੀ ਗੁਰਮੁਖ ਪਿਆਰੋ ਕਦੇ ਨਾ ਤੁਸੀਂ ਵੇਖਿਓ। ਤੁਹਾਨੂੰ ਕੁਝ ਕਹਿ ਦੇ, ਕੁਝ ਤੁਹਾਨੂੰ ਮਾਰ ਵੀ ਜਾਏ, ਤੁਹਾਨੂੰ ਉਹਨਾਂ ਗੁੱਸਾ ਨਹੀਂ ਆਏਗਾ। ਤੁਹਾਡੇ ਕੋਲ ਤੁਹਾਡਾ ਭਰਾ ਕੋਈ ਖੜਾ ਹੋਵੇ, ਤੁਹਾਡੇ ਭਰਾ ਨੂੰ ਕੋਈ ਬੋਲੇ, ਤੁਸੀਂ ਬਰਦਾਸ਼ਤ ਕਦੇ ਨਹੀਂ ਕਰੋਗੇ। ਜਦੋਂ ਬਾਬਾ ਫਤਿਹ ਸਿੰਘ ਦੇ ਗੋਡੇ ਛਾਂਗੇ ਨਾ ਇਹਨਾਂ ਨੇ, ਤੇ ਜੋਰਾਵਰ ਸਿੰਘ ਕਹਿੰਦਾ ਰਿਹਾ, ਭਰਾ ਸੀ ਨਾ ਬਾਬਾ ਫਤਿਹ ਸਿੰਘ। ਜੋਰਾਵਰ ਸਿੰਘ ਕਹਿੰਦਾ ਵਜੀਦ ਖਾਂ ਇੱਕ ਵਾਰੀ ਇੱਟਾਂ ਚੋਂ ਬਾਹਰ ਕੱਢ, ਸੱਚ ਜਾਣੀ ਅੱਜ ਮੈਂ ਤੇਰਾ ਸਿਰ ਵੱਢ ਦੇਣਾ, ਮੇਰੇ ਭਰਾ ਨੂੰ ਦੁੱਖ ਨਾ ਦੇ। ਭਰਾ ਸਾਡਾ ਅਸਲ ਆਪਣੇ ਤੇ ਅਸੀਂ ਜਰ ਸਕਦੇ, ਭਰਾ ਨੂੰ ਕੁਝ ਉੱਚਾ ਬੋਲੇ ਸਾਡੇ ਤੋਂ ਬਰਦਾਸ਼ਤ ਕਰਨਾ ਬੜਾ ਔਖਾ ਹੈ। ਚਲੋ ਜੀ, ਬਾਬਾ ਜੋਰਾਵਰ ਸਿੰਘ ਕਹਿੰਦੇ ਫਤਿਹ ਸਿੰਘ ਵੀਰ ਜੀ ਤੁਸੀਂ ਪਹਿਲੇ ਚਲੇ ਜਾਣਾ। ਫਤਿਹ ਸਿੰਘ ਹੱਸ ਕੇ ਕਹਿੰਦੇ ਵੀਰ ਜੀ ਜਲਦੀ ਆ ਜਾਓ, ਮੈਂ ਦਾਦਾ ਜੀ ਨੂੰ ਜਾ ਕੇ ਦੱਸ ਦੇਣਾ ਮੇਰਾ ਵੀਰ ਜੋਰਾਵਰ ਸਿੰਘ ਵੀ ਪਿੱਛੇ ਤੁਰਿਆ ਹੁੰਦਾ ਹੈ। ਦਾਦੀ ਮਾਂ ਕਹਿੰਦੀ ਸੀ ਨਾ ਅੱਜ ਤੁਸੀਂ ਮਾਂ ਦੀ ਬੁੱਕਲ 'ਚ ਬੈਠ ਜਾਣਾ, ਮੈਂ ਮਾਂ ਨੂੰ ਜਾ ਕੇ ਦੱਸ ਦਿਆਂਗਾ ਵੀ ਪਿੱਛੇ ਜੋਰਾਵਰ ਸਿੰਘ ਆ ਰਿਹਾ ਹੈ। ਬੜੀ ਚੜ੍ਹਦੀ ਕਲਾ ਦੇ ਨਾਲ ਉਹ ਸਾਹ ਘੁੱਟਿਆ ਗਿਆ ਜੀ। ਬਾਬਾ ਫਤਿਹ ਸਿੰਘ ਦਾ ਸੀਸ ਤੋਂ ਕੰਧ ਉੱਪਰ ਚਲੀ ਜਾਂਦੀ ਹੈ, ਕੰਧ ਦੀ ਚਨਾਈ ਕਰਦੇ ਉਤੋਂ ਕੰਧ ਬੰਦ ਕਰ ਦਿੱਤੀ ਜਾਂਦੀ ਹੈ। ਬੱਚਿਆਂ ਦੇ ਸਾਹ ਘੁੱਟੇ ਜਾਂਦੇ ਨੇ, ਉਹ ਬੇਹੋਸ਼ ਹੋ ਜਾਂਦੇ ਨੇ, ਕੰਧ ਡਿੱਗ ਪੈਂਦੀ ਹੈ। ਜਦੋਂ ਡਿੱਗ ਪਈ ਕੰਧ ਨਾ, ਵਜੀਦ ਖਾਂ ਸਿੰਘਾਸਣ ਤੇ ਬੈਠਾ ਕਹਿੰਦੇ ਵੇਖੋ ਜਿਉਂਦੇ ਤੇ ਨਹੀਂ। ਉਹਨਾਂ ਨੇ ਨਾਸਕਾ ਤੇ ਹੱਥ ਰੱਖਿਆ, ਦਿਲ ਤੇ ਹੱਥ ਰੱਖਿਆ, ਨਬਜ਼ ਪਕੜੀ, ਕਹਿੰਦੇ ਜੀ ਬੇਹੋਸ਼ ਹੀ ਹੋਏ ਨੇ, ਸਾਹ ਹੀ ਸਿਰਫ ਦਮ ਘੁੱਟਿਆ, ਜੇ ਬਹੁਤਾ ਸਰੀਰਾਂ 'ਚ ਸਵਾਸ ਹੈਗੇ ਨੇ। ਫਿਰ ਇਹ ਕਹਿੰਦਾ ਕੋਈ ਉੱਠੇ, ਗੁਰੂ ਸਾਹਿਬ ਦੇ ਬੱਚਿਆਂ ਦੇ ਸੀਸ ਧੜਾ ਨਾਲ ਲੱਗ ਕਰੇ। ਸਾਰਿਆਂ ਦੇ ਸਿਰ ਨੀਵੇਂ ਹੋ ਗਏ, ਕਸੂਰ ਕੋਈ ਨਹੀਂ ਸੀ ਬੱਚਿਆਂ ਦਾ, ਕੋਈ ਤਿਆਰ ਨਹੀਂ ਹੈ। ਫਿਰ ਉੱਥੇ ਕਿਆ ਕਹਿੰਦਾ ਜਿਹੜਾ ਅੱਜ ਇਹ
ਗੁਰੂ ਸਾਹਿਬ ਜੀ ਦੇ ਬੱਚਿਆਂ ਦਾ ਸੀਸ ਧੜ ਨਾਲੋਂ ਅਲੱਗ ਕਰੇਗਾ, ਜੋ ਮੰਗੇਗਾ ਮੈਂ ਨਾਮ ਦੇ ਰੂਪ ਚ ਦਿਆਂਗਾ। ਕੋਈ ਤਿਆਰ ਨਾ ਹੋਇਆ ਜੀ। ਫਿਰ ਦੋ ਕੈਦੀ ਸਨ, ਸ਼ਾਸਨ ਬੇਗ ਤੇ ਬਾਸ਼ਰ ਬੇਗ, ਇਹਨਾਂ ਨੂੰ ਫਾਂਸੀ ਦੀ ਸਜ਼ਾ ਕਿਸੇ ਕੇਸ 'ਚ ਹੋਈ। ਇਹਨਾਂ ਤੱਕ ਗੱਲ ਪਹੁੰਚੀ ਵੀ ਲਾਛਾ ਉਹ ਸਾਹਿਬਜ਼ਾਦੇ ਦੇ ਸਰੀਰ ਪਏ ਨੇ, ਕੋਈ ਉਹਨਾਂ ਦੇ ਸੀਸ ਧੜ ਨਾਲੋਂ ਅਲੱਗ ਕਰਨ ਲਈ ਤਿਆਰ ਨੇ। ਇਹਨਾਂ ਦੇ ਕੰਨਾਂ 'ਚ ਆਵਾਜ਼ ਪਈ, ਇਹਨਾਂ ਨੇ ਸਿਣਿਆ ਭੇਜਿਆ ਵਜੀਦ ਖਾਂ, ਸਾਡੀ ਫਾਂਸੀ ਦੀ ਜਾਂ ਉਮਰ ਕੈਦ ਇਹ ਸਜ਼ਾ ਮਾਫ ਕਰ ਦੇ, ਕੇਸ ਰਫਾ ਦਫਾ ਕਰ ਦੇ, ਤੇਰਾ ਕਾਰਜ ਅਸੀਂ ਇਹ ਕਰ ਦਿੰਦੇ ਹਾਂ। ਇਹਨਾਂ ਨੂੰ ਫਿਰ ਜੇਲ੍ਹ 'ਚੋਂ ਰਿਹਾ ਕੀਤਾ ਗਿਆ ਜੀ। 7-7 ਫੁੱਟ ਉੱਚੇ ਪਠਾਨ ਸਨ, ਇਹਨਾਂ ਦੇ ਹੱਥਾਂ 'ਚ ਛੁਰੀਆਂ ਦੇ ਦਿੱਤੀਆਂ ਗਈਆਂ। ਇਹ ਪਾਪੀ ਆਏ, ਇਹਨਾਂ ਨੇ ਗਿੱਟਿਆਂ ਤੋਂ ਫੜੇ ਸਾਹਿਬਜ਼ਾਦਿਆਂ ਦੇ ਸਰੀਰ ਧੂ ਕੇ ਇੱਟਾਂ 'ਚੋਂ ਬਾਹਰ ਕੱਢ ਲਏ। ਇੱਟਾਂ ਦੇ ਵਿੱਚ ਹੀ ਵਿਚਾਰੇ ਪਏ ਸਨ, ਉਹ ਧੂ ਕੇ ਬਾਹਰ ਕੱਢ ਲਏ। ਫਿਰ ਇਹਨਾਂ ਨੇ ਸਾਹਿਬਜ਼ਾਦਿਆਂ ਦੇ ਸਰੀਰ ਪੁੱਠੇ ਸਨ, ਉਹਨਾਂ ਨੂੰ ਸਿੱਧੇ ਕੀਤਾ। ਉਹਨਾਂ ਦੀਆਂ ਛਾਤੀਆਂ ਤੇ ਇਹਨਾਂ ਨੇ ਗੋਡੇ ਮੂਧੇ ਮਾਰੇ 7-7 ਫੁੱਟੇ ਪਠਾਨਾਂ ਨੇ। ਫਿਰ ਸਾਹਿਬਜ਼ਾਦਿਆਂ ਦੀਆਂ ਸਾਹ ਰਗਾਂ ਇਹਨਾਂ ਨੇ ਛੁਰੀਆਂ ਦੇ ਨਾਲ ਕੱਟ ਦਿੱਤੀਆਂ। ਇਹਨੂੰ ਜਿਬਾ ਕਹਿੰਦੇ, ਹਲਾਲ ਕਰਨਾ। ਇੱਕ ਤਾਂ ਹੁੰਦਾ ਕਿਸੇ ਨੂੰ ਟੱਕ ਮਾਰ ਕੇ ਉਹਦਾ ਸਿਰ ਲਾ ਦੇਣਾ, ਕੋਈ ਬਹੁਤੀ ਦਰਦ ਵਾਲੀ ਗੱਲ ਨਹੀਂ ਹੈ। ਤੇ ਗੁਰਮੁਖੋ ਛੁਰੀਆਂ ਦੇ ਨਾਲ ਹਲਾਲ ਜਿਵੇਂ ਨਹੀਂ ਕਿਸੇ ਨੂੰ ਕਰੀਦਾ, ਉਹ ਜਿਬਾ ਕੀਤਾ ਸਾਹਿਬਜ਼ਾਦਿਆਂ ਨੂੰ। ਛਾਤੀਆਂ ਤੇ ਬੈਠ ਕੇ ਛੁਰੀ ਫੇਰਦੇ ਰਹੇ, ਸਾਹਿਬਜ਼ਾਦਿਆਂ ਦੀਆਂ ਸਾਹ ਰਗਾਂ ਕੱਟੀਆਂ ਗਈਆਂ। ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਦੀ ਇਤਿਹਾਸ ਕਹਿੰਦੇ ਬਾਬਾ ਜੋਰਾਵਰ ਸਿੰਘ ਦਾ ਸਰੀਰ ਨਾਲ ਦੀ ਨਾਲ ਸ਼ਾਂਤ ਹੋ ਗਿਆ। ਬਾਬਾ ਫਤਿਹ ਸਿੰਘ ਦੀ ਸਾਹ ਰਗ ਸੀਸ ਧੜ ਨਾਲੋਂ ਕੱਟਣ ਤੋਂ ਬਾਅਦ 12.5 ਮਿੰਟ ਪੈਰਾਂ ਦੇ ਅੰਗੂਠੇ ਹਿੱਲਦੇ ਰਹੇ। ਬਾਬਾ ਫਤਿਹ ਸਿੰਘ ਦੇ ਜਿਹੜੇ ਪੈਰਾਂ ਦੇ ਅੰਗੂਠੇ 12.5 ਮਿੰਟ, ਅੱਧੀ ਘੜੀ ਤੋਂ ਅੱਧਾ ਮਿੰਟ ਵੱਧ ਸਮਾਂ ਬਣਦਾ, 30 ਸਕਿੰਟ ਪੈਰਾਂ ਦੇ ਅੰਗੂਠੇ ਹਿੱਲਦੇ ਰਹੇ। ਮੋਤੀ ਰਾਮ ਦੀਆਂ ਧਾਵਾਂ ਨਿਕਲ ਗਈਆਂ। ਉਹ ਜਾ ਕੇ ਭੱਜ ਕੇ ਦੱਸਦਾ, ਦਾਦੀ ਮਾਂ ਭਾਣਾ ਵਾਪਰ ਗਿਆ, ਤੇਰੇ ਪੋਤਰਿਆਂ ਨੂੰ ਪਹਿਲਾਂ ਨੀਹਾਂ 'ਚ ਖਿਲਾ ਰਿਆ, ਹੁਣ ਤੇ ਹੱਦ ਹੋ ਗਈ, ਇਹਨਾਂ ਪਾਪੀਆਂ ਨੇ ਤੇਰੇ ਪੋਤਰਿਆਂ ਦੀਆਂ ਸਾਹ ਰਗਾਂ ਕੱਟ ਦਿੱਤੀਆਂ। ਉਹ ਸ਼ਹੀਦ ਹੋ ਗਏ। ਚਲੋ ਹੌਸਲਾ ਸੀ ਦਾਦੀ ਦੇ ਅੰਦਰ, ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਉਹਨੇ ਤਿਆਰ ਕੀਤਾ। ਪੋਤਰਿਆਂ ਨੂੰ ਆਹ ਕੁਝ ਕਰਨ ਲਈ ਤਿਆਰ ਤੇ ਦਾਦੀ ਨੇ ਕੀਤਾ। ਜਦੋਂ ਮੋਤੀ ਰਾਮ ਮਹਿਰਾ ਰੋ ਪਿਆ, ਦਾਦੀ ਮਾਂ ਨੇ ਗਲ ਲਾਇਆ। ਪਿੱਛੋਂ ਸਿਪਾਹੀ ਆਏ, ਉਹਨੇ ਚਿਰ ਨੂੰ ਵਜੀਦ ਖਾਂ ਕਹਿੰਦਾ, ਮੈਂ ਸੁਖਪ੍ਰੀਤ ਸਿੰਘ ਉਦੋਂ ਕਿ ਉਹਨੂੰ ਪੜ੍ਹ ਰਿਹਾ, ਬੜੀ ਖੋਜ ਕੀਤੀ ਉਹਨਾਂ ਨੇ ਇਤਿਹਾਸ ਤੇ। ਉਹ ਕਹਿੰਦੇ ਜਦੋਂ ਮੋਤੀ ਰਾਮ ਮਹਿਰਾ ਗਲ ਲੱਗ ਗਿਆ, ਦਾਦੀ ਮਾਂ ਕੀ ਭਾਣਾ ਵਾਪਰ ਗਿਆ। ਇਹਨਾਂ ਸਿਪਾਹੀਆਂ ਨੂੰ ਪਤਾ ਲੱਗ ਗਿਆ ਵੀ ਮੋਤੀ ਰਾਮ ਮਹਿਰਾ ਇਹਨਾਂ ਦੀ ਮਦਦ ਕਰਦਾ ਰਿਹਾ। ਵਜੀਦ ਖਾਨ ਨੇ ਕਿਹਾ, ਕਹਿੰਦੇ ਜਿਨ੍ਹਾਂ ਨੇ ਸਿੱਖਿਆ ਦਿੱਤੀ ਪੋਤਰੇ ਡੋਲੇ ਨੇ, ਸਾਰੀ ਜ਼ਿੰਦਗੀ ਸਿਆਸਤ ਕਰਨ ਵਾਲਾ ਬੁੱਢਾ ਸੀ ਵਜੀਦ ਖਾਂ, ਨਿੱਕੇ ਜਿਹੇ ਬੱਚਿਆਂ ਨੂੰ ਨਾ ਜਿੱਤ ਸਕਿਆ। ਇਹ ਆਪਣੀ ਹਾਰ ਮੰਨਦਾ ਸੀ, ਨਿੱਕੇ ਜਿਹੇ ਬੱਚਿਆਂ ਨੂੰ ਮੈਂ ਦੀਨ ਇਸਲਾਮ 'ਚ ਨਹੀਂ ਲਿਆ ਸਕਿਆ। ਮੈਂ ਤੇ ਇਹਨਾਂ ਦੇ ਬਾਪ ਨੂੰ ਬਹੁਤ ਕੁਝ ਕਰਨ ਦਾ ਯਤਨ ਕਰਦਾ ਰਿਹਾ। ਆਪਣੀ ਹਾਰ ਸਮਝ ਕੇ ਕਹਿੰਦੇ, ਇਹ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਜਨਮ ਦੇਣ ਵਾਲੀ, ਤਿਆਰ ਕਰਨ ਵਾਲੀ ਇਹਨਾਂ ਦੀ ਮਾਂ, ਪੋਤਰਿਆਂ ਨੂੰ ਇੰਨਾ ਦ੍ਰਿੜ ਸਿਦਕ, ਇੰਨਾ ਸਿਰੜ ਸਿਖਾਉਣ ਵਾਲੀ ਇਹਨਾਂ ਦੀ ਦਾਦੀ ਮਾਂ ਖਤਮ ਕਰ ਦਿਓ ਉਹਨੂੰ। ਗੁਰਮੁਖੋ ਦੋਸ਼ ਪਾਈ ਗਏ। 140 ਫੁੱਟ ਉੱਚੇ ਬੁਰਜ ਤੋਂ ਉਸ ਬੁੱਢੀ ਮਾਂ ਨੂੰ, 83 ਸਾਲ ਦੀ ਮਾਂ ਨੂੰ ਇਹਨਾਂ ਨੇ ਧੱਕਾ ਦੇ ਦਿੱਤਾ। 140 ਫੁੱਟ ਉੱਚੇ ਬੁਰਜ ਤੋਂ ਬੁੱਢਾ ਸਰੀਰ ਧਰਤੀ ਤੇ ਡਿੱਗ ਪੈਂਦਾ, ਨਾਲ ਦੀ ਨਾਲ ਜਾਨ ਨਿਕਲ ਜਾਂਦੀ ਹੈ। ਇਤਿਹਾਸ ਗਿਆਨੀ ਪਿੰਦਰਪਾਲ ਸਿੰਘ ਵੀ ਕੱਲ੍ਹ ਮੈਂ ਸੁਣ ਰਿਹਾ ਸੀ, ਕਹਿ ਰਹੇ ਸਨ, ਕਹਿੰਦੇ ਇਹਨਾਂ ਕਿ ਉਹ ਹੀਰਾ ਚੱਟ ਕੇ ਮਾਂ ਜਾਂ ਉਹਨਾਂ ਨੇ ਕੰਧ ਨੂੰ ਸਿਰ ਮਾਰਿਆ, ਉਹ ਮਾਂ ਹੈ ਜਿਹਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਜਨਮ ਦਿੱਤਾ ਹੈ। ਉਹ ਮਾਂ ਜਿਹਨੇ ਨੀਹਾਂ 'ਚ ਖੜਨ ਵਾਸਤੇ ਸਾਹਿਬਜ਼ਾਦੇ ਤਿਆਰ ਕੀਤੇ ਨੇ। ਫਿਰ ਇਹਨਾਂ ਸਿਪਾਹੀਆਂ ਨੇ ਧੱਕਾ ਮਾਰਿਆ। ਮੋਤੀ ਰਾਮ ਮਹਿਰੇ ਦਾ ਬਾਅਦ 'ਚ ਉਹਨਾਂ ਨੇ ਆਣ ਕੇ ਦੱਸਿਆ ਜੀ ਇਹਨੇ ਦੁੱਧ ਪਿਆ, ਫਿਰ ਪਤਾ ਲੱਗ ਗਿਆ ਦੁੱਧ ਪਿਆ। ਤੇ ਗੁਰਮੁਖ ਪਿਆਰਿਓ, ਦਾਦੀ ਮਾਂ ਨੇ ਕਿਹਾ ਸੀ, ਮੋਤੀ ਰਾਮ ਪੁੱਤਰ ਮੈਨੂੰ ਲੱਗਦਾ ਉਹਨਾਂ ਤੂੰ ਸਾਨੂੰ ਦੁੱਧ ਨਹੀਂ ਛਕਾਉਣਾ, ਜਿੰਨਾ ਇਹਨਾਂ ਪਾਪੀਆਂ ਨੇ ਤੇਰੇ ਬੱਚਿਆਂ ਦਾ ਖੂਨ ਨਿਚੋੜ ਦੇਣਾ, ਨਾ ਸਾਨੂੰ ਦੁੱਧ ਪਿਆ, ਮੈਂ ਕਿੰਨੇ ਕੁ ਪੋਤਰੀਆਂ ਕੁਰਬਾਨ ਕਰਾਂਗੀ। ਫਿਰ ਮੋਤੀ ਰਾਮ ਮਹਿਰੇ ਦੇ ਬੱਚੇ ਨੂੰ ਇਹਨਾਂ ਨੇ ਕੋਲੂ 'ਚ ਪੀੜਿਆ। ਕੋਲੂ 'ਚ ਤੇ ਗੁਰਮੁਖੋ ਤਿਲ 'ਚੋਂ ਵੀ ਤੇਲ ਨਿਕਲ ਆਉਂਦਾ। ਉਹ ਤੇ ਉਹਦਾ 4 ਕੁ ਸਾਲ ਦਾ ਬੇਟਾ ਸੀ। ਹੱਡੀਆਂ ਕੜਕ ਕਰਕੇ ਕੋਲੂ 'ਚੋਂ ਨਿਕਲੀਆਂ, ਖੂਨ ਵਹਿ ਤੁਰਿਆ। ਉੱਥੇ ਮੋਤੀ ਰਾਮ ਮਹਿਰਾ ਕਹਿੰਦਾ, ਦਾਦੀ ਮਾਂ ਤੂੰ ਸੱਚ ਹੀ ਕਹਿੰਦੀ ਸਾਂ, ਇੰਨਾ ਤੇ ਮੈਂ ਤੁਹਾਨੂੰ ਦੁੱਧ ਨਹੀਂ ਸੀ ਪਿਆ ਜਿੰਨਾ ਮੇਰੇ ਬੱਚਿਆਂ ਦਾ ਖੂਨ ਰੋੜ ਦਿੱਤਾ ਇਹਨਾਂ ਧਰਤੀ ਦੇ ਉੱਪਰ। ਉਹ ਫਿਰ ਮੋਤੀ ਰਾਮ ਮਹਿਰੇ ਦਾ ਪਰਿਵਾਰ ਕੋਲੂ 'ਚ ਪੀੜਾ। ਫਿਰ ਵਜੀਦ ਖਾਂ ਕਹਿੰਦਾ, ਸਰਹੱਦ ਮੇਰੀ ਧਰਤੀ ਹੈ, ਇੱਥੇ ਮੈਂ ਗੁਰੂ ਸਾਹਿਬ ਦੀ ਮਾਂ ਦਾ, ਸਾਹਿਬਜ਼ਾਦਿਆਂ ਦਾ ਸੰਸਕਾਰ ਨਹੀਂ ਹੋਣ ਦੇਣਾ। 2-3 ਦਿਨ ਲਾਸ਼ਾਂ ਗੁਰਮੁਖੋ ਉੱਥੇ ਹੀ ਪਈਆਂ ਰਹੀਆਂ। ਉੱਤੇ ਮਿੱਟੀ ਘੱਟਾ ਉੱਤੇ ਪੈਂਦਾ ਰਿਹਾ ਜੀ। ਇਹ ਨੂਰੀ ਨੇ ਗੱਲ ਦੱਸੀ ਸੀ ਆਪਣੇ ਭਰਾ ਨੂੰ। ਥੋੜ੍ਹਾ ਜਿਹਾ ਇਤਿਹਾਸ ਉਸੋਂ ਤੱਕ ਆਪਾਂ 1-2 ਦਿਨਾਂ 'ਚ ਲੈ ਕੇ ਜਾਵਾਂਗੇ। ਉਹ ਫਿਰ ਟੋਡਰ ਮੱਲ ਨੂੰ ਪਤਾ ਲੱਗਾ ਵੀ ਸਾਹਿਬਜ਼ਾਦਿਆਂ ਦਾ ਕਹਿੰਦੇ ਸੰਸਕਾਰ ਨਹੀਂ ਇੱਥੇ ਹੋਣ ਦੇਣਾ। ਉਹਨੇ ਸੁੱਚਾ ਨੰਦ ਦੇ ਨਾਲ ਗੱਲ ਕੀਤੀ।
ਸੁੱਚਾ ਨੰਦ ਮੈਂ ਗੁਰੂ ਸਾਹਿਬ ਦੀ ਮਾਨ ਦਾ ਬੱਚਿਆਂ ਦਾ ਸੰਸਕਾਰ ਕਰਨਾ ਚਾਹੁੰਦਾ। ਸੁੱਚਾ ਨੰਦ ਕਹਿੰਦਾ ਬਹੁਤ ਮੁੱਲ ਤਾਰਨਾ ਪੈਣਾ ਤੈਨੂੰ। ਕਹਿੰਦਾ ਦੱਸੋ। ਸੁੱਚਾ ਨੰਦ ਕਹਿੰਦਾ ਧਰਤੀ ਤੇ ਮੋਹਰਾ, ਵਪਾਰੀ ਸੀ ਇਹ ਉਹਨੂੰ ਪਤਾ ਸੀ ਇਹਦੇ ਕੋਲ ਕੁਝ ਹੈ। ਕਹਿੰਦਾ ਧਰਤੀ ਤੇ ਮੋਹਰਾ ਵਿਛਾ ਕੇ ਤੈਨੂੰ ਜਗ੍ਹਾ ਖਰੀਦਣੀ ਪੈਣੀ ਹੈ। ਉਹ ਟੋਡਰ ਮੱਲ ਕਹਿੰਦਾ ਮੈਂ ਜਗ੍ਹਾ ਖਰੀਦ ਲਾਂਗਾ ਮੋਹਰਾ ਵਿਛਾ ਕੇ। ਦਾਸ ਨੇ ਅੱਗੇ ਵੀ ਸ਼ਾਇਦ ਬੇਨਤੀ ਕੀਤੀ, ਉਹ ਧਰਤੀ ਕੋਈ ਉਪਜਾਊ ਨਹੀਂ ਸੀ ਜਿਹੜੀ ਖਰੀਦੀ ਸੀ। ਇੱਕ ਚਲੋ ਹੁੰਦੀ ਧਰਤੀ ਜ਼ਮੀਨ ਥੋੜੀ ਸਸਤੀ ਹੁੰਦੀ ਹੈ, ਪਿੰਡ 'ਚ ਜਾਂ ਸ਼ਹਿਰ 'ਚ ਜਗ੍ਹਾ ਹੋਵੇ ਉਹ ਮਹਿੰਗੀ ਹੋ ਜਾਂਦੀ ਹੈ। ਜਿਹੜੀ ਸਵਾ ਕੋ ਦੂਰ ਜਿੱਥੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਸਿਰਫ ਇੱਕ ਜੰਗਲ ਵਾਲੀ ਧਰਤੀ ਸੀ। ਜਦੋਂ ਟੋਡਰ ਮੱਲ ਨੇ ਮੋਹਰਾਂ ਵਿਛਾਈਆਂ ਤੇ ਸੁੱਚਾ ਨੰਦ ਹੋਰ ਲਾਲਚ 'ਚ ਆ ਗਿਆ, ਬੇਈਮਾਨ ਹੋ ਗਿਆ। ਵਜੀਦ ਖਾਨ ਨੂੰ ਕਹਿੰਦੇ ਉਹਨੇ ਤੇ ਮੋਹਰਾਂ ਵੀ ਵਿਛਾ ਦਿੱਤੀਆਂ ਧਰਤੀ ਤੇ ਉਹਨੂੰ ਕਹਿੰਦਾ ਵੀ ਆਪਾਂ ਇਹਨੂੰ ਮੋਹਰਾ ਵਿਛਾ ਕੇ ਨੇ ਇਹਨੂੰ ਕਹੀਏ ਮੋਹਰਾ ਖੜੀਆਂ ਕਰਕੇ ਤੈਨੂੰ ਜਗ੍ਹਾ ਖਰੀਦਣੀ ਪਏਗੀ। ਫਿਰ 78,000 ਮੋਹਰ ਖੜੀ ਕਰਕੇ ਇੱਕ ਸੰਸਕਾਰ ਕਰਨ ਜੋਗੀ ਜਗ੍ਹਾ ਇਹਨੇ ਖਰੀਦੀ। ਉਹ ਸੁੱਚਾ ਨੰਦ ਕਹਿੰਦਾ ਹੋਰ ਲਿਆ, ਇੱਥੇ ਤੇ ਇੱਕ ਧੜ ਦਾ ਹੀ ਸੰਸਕਾਰ ਹੋਣਾ। ਕਹਿੰਦਾ ਹੋਰ ਮੇਰੇ ਕੋਲ ਮੋਹਰਾ ਨਹੀਂ। ਇੰਨਾ ਕੁ ਜੋ ਕੁਝ ਘਰੇ ਸੀ ਸਾਹਿਬਜ਼ਾਦਿਆਂ ਦੇ ਸੰਸਕਾਰ ਲਈ ਇਹਨੇ ਧਰਤੀ ਖਰੀਦ ਲਈ। ਹੁਣ ਟੋਡਰ ਮੱਲ ਦੀ ਇਹ ਹਾਲਤ ਹੈ ਵੀ ਸਾਹਿਬਜ਼ਾਦਿਆਂ ਵਾਸਤੇ ਕਫਨ, ਮਾਂ ਵਾਸਤੇ ਕਫਨ ਖਰੀਦਣਾ, ਕਫਨ ਖਰੀਦਣ ਕੋਲ ਜੋ ਕਿ ਕੱਪੜੇ ਪੈਸਾ ਕੋਲ ਕੋ ਨਹੀਂ ਰਿਹਾ। ਫਿਰ ਇੱਕ ਬਜਾਜ ਦੀ ਦੁਕਾਨ ਤੇ ਜਾਂਦੇ, ਉਹਦੇ ਨਾਲ ਕਿਤੇ ਦਾ ਉਧਾਰ ਚੱਲਦਾ ਹੈ। ਉਸ ਬਜਾਜ ਨੂੰ ਜਾ ਕੇ ਕਹਿੰਦਾ ਮੈਨੂੰ 3 ਕਫਨਾਂ ਦਾ ਕੱਪੜਾ ਦੇ ਦੇ। ਉਹ ਹੁਣ ਜਾਣਦਾ ਸੀ, ਉਹਨੂੰ ਕਹਿੰਦਾ ਉਹ ਟੋਡਰ ਮੱਲ 3 ਮੌਤਾਂ ਤੇਰੇ ਘਰੇ। ਕਹਿੰਦਾ ਬਸ ਇਹ ਸਮਝ ਲਾ ਮੇਰੇ ਘਰੇ ਹੀ 3 ਮੌਤਾਂ ਹੋਈਆਂ। ਸਿੱਖ ਪਿਆਰ ਕਰਦੇ, ਇਹ ਨਾ ਕਿਤੇ ਕਿਹਾ ਕਰੋ ਗੁਰੂ ਸਾਹਿਬ ਦੇ ਪੁੱਤ ਅੱਜ ਦੇ ਦਿਨ ਸ਼ਹੀਦ ਹੋਏ। ਸਾਨੂੰ ਕਹਿਣਾ ਚਾਹੀਦਾ ਸਾਡੇ ਆਪਣੇ ਬੱਚੇ ਅੱਜ ਦੇ ਦਿਨ ਸ਼ਹੀਦ ਹੋਏ ਸਨ। ਉਹ ਸਾਡੇ ਭਰਾ ਸਨ, ਸਿੱਖ ਦੇ ਭਰਾ ਨੇ। ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਹੁਣੇ। ਉਹਨੇ ਕੱਪੜਾ ਦਿੱਤਾ ਜੀ, ਕਹਿੰਦਾ 3 ਕਫਨਾਂ ਦਾ ਕੱਪੜਾ। ਕਹਿੰਦਾ 3 ਮੌਤਾਂ। ਉਹਨੇ ਫਿਰ ਦੱਸਿਆ, ਕਹਿੰਦਾ ਮੇਰੇ ਘਰੇ ਹੀ ਸਮਝ ਲਓ 3 ਮੌਤਾਂ ਹੋਈਆਂ। ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮਾਂ ਨੂੰ ਤੇ ਸਾਹਿਬਜ਼ਾਦਿਆਂ ਨੂੰ ਵਜੀਦ ਖਾਨ ਨੇ ਕੋ ਕੇ ਸ਼ਹੀਦ ਕਰ ਦਿੱਤਾ। ਮੈਨੂੰ ਗੁਰੂ ਸਾਹਿਬ ਦੇ ਬੱਚਿਆਂ ਵਾਸਤੇ ਕੱਪੜਾ ਚਾਹੀਦਾ, ਜਿਹੜਾ ਸਾਰੇ ਸੰਸਾਰ ਵਾਸਤੇ ਸੀਸ ਵੀ ਦੇ ਦਿੰਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜਿਹੜਾ ਆਏ ਹਰੇਕ ਮਨੁੱਖ ਨੂੰ ਗਲ ਨਾ ਲਾਉਂਦਾ। ਗੁਰੂ ਗੋਬਿੰਦ ਸਿੰਘ ਸਾਹਿਬ ਅੱਜ ਉਹਦੇ ਪੁੱਤਰਾਂ ਦੇ ਕਫਨ ਵਾਸਤੇ ਵੀ ਕੱਪੜਾ ਉਧਾਰ ਲੈਣਾ ਪੈ ਰਿਹਾ ਟੋਡਰ ਮੱਲ ਨੂੰ। ਆਪਣੇ 2 ਬੇਟਿਆਂ ਦੇ ਕਫਨ ਪਾਇਆ ਹੀ ਨਹੀਂ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ। ਦਾਸ ਨੇ ਬੇਨਤੀ ਕੀਤੀ ਉਸ ਦਿਨ, ਤੇ 2 ਬੱਚਿਆਂ ਵਾਸਤੇ ਉਹ ਵਿਚਾਰਾ ਉਧਾਰ ਕੱਪੜਾ ਮੰਗਦਾ ਬਜਾਜ ਕੋਲੋਂ ਜਾ ਕੇ ਗੁਰੂ ਸਾਹਿਬ ਦੇ ਬੱਚਿਆਂ ਤੇ। ਫਿਰ ਸੁੱਚਾ ਨੰਦ ਕਹਿੰਦੇ ਕੱਪੜਾ ਲੈ ਆ ਜੀ ਕਫਨ ਦਾ। ਸੁੱਚਾ ਨੰਦ ਕਹਿੰਦਾ ਤੀਸਰੇ ਕੰਨ 'ਚ ਖਬਰ ਨਹੀਂ ਹੋਣੀ ਚਾਹੀਦੀ ਵੀ ਸਾਹਿਬਜ਼ਾਦਿਆਂ ਦੇ ਸਰੀਰ ਕਿੱਥੇ ਗਏ ਨੇ, ਮਾਤਾ ਗੁਜਰ ਕੌਰ ਦਾ ਸਰੀਰ ਕਿੱਥੇ ਗਿਆ। ਜੇ ਤੁਸੀਂ ਸੰਸਕਾਰ ਕਰਨਾ ਸਿਰਫ ਆਪ, ਕੋਈ ਦੂਸਰੇ ਤੀਸਰੇ ਕੋਈ ਇਕੱਠ ਨਹੀਂ ਇੱਥੇ ਹੋਣਾ ਚਾਹੀਦਾ। ਫਿਰ ਟੋਡਰ ਮੱਲ ਨੇ ਇੱਕ ਗੱਡਾ ਲਿਆ ਜੀ ਕਿਸੇ ਦਾ, ਉਹ ਭਾਰ ਢੋਣ ਵਾਲਾ। ਉਹ ਗੱਡਾ ਲੈ ਕੇ ਆਪਣੀ ਘਰਵਾਲੀ ਨੂੰ ਲੈਂਦਾ। ਉਹ ਸਾਹਿਬਜ਼ਾਦਿਆਂ ਦੀਆਂ ਲਾਸ਼ਾਂ ਕੋਲ ਚਲਾ ਜਾਂਦਾ, ਨਾਲੇ ਲਾਸ਼ਾਂ ਝੁਕਦੇ ਨੇ, ਨਾਲੇ ਪਤੀ ਪਤਨੀ ਟੋਡਰ ਮੱਲ ਦੀ ਪਤਨੀ ਰੋਈ ਜਾਂਦੇ ਨੇ। ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਦੇ, ਸਤਿਗੁਰੂ 2 ਪੁੱਤਰਾਂ ਦੀਆਂ ਲਾਸ਼ਾਂ ਦੇ ਕੋਲ ਦੀ ਲੰਘ ਗਿਆ ਸਾਂ। ਇੱਕ ਵਾਰੀ ਆਣ ਕੇ ਛੋਟੇ ਬੱਚਿਆਂ ਦਾ ਮੂੰਹ ਤੇ ਵੇਖ ਲੈਣੋ, ਇੱਕ ਵਾਰੀ ਆਪਣੀ ਮਾਂ ਦੇ ਨਾਲ ਪਿਆਰ ਤੇ ਕਰ ਦੋ। ਇਸ ਮਾਂ ਨੇ ਤੁਹਾਨੂੰ ਜਨਮ ਦਿੱਤਾ। ਉਹ ਰੋਂਦੇ ਹੋਏ ਕਹਿੰਦੇ ਦੁਨੀਆ ਦੇ ਵਾਰਸ ਅੱਜ ਲਵਾਰਸਾਂ ਦੀ ਤਰ੍ਹਾਂ ਸੰਸਾਰ ਤੋਂ ਜਾ ਰਹੇ ਹੈ, ਕੋਈ ਪਰਿਵਾਰ ਦਾ ਮੈਂਬਰ ਕੋਲ ਨਹੀਂ। ਸਾਹਿਬਜ਼ਾਦਿਆਂ ਦਾ ਸੰਸਕਾਰ ਬਗਾਨਿਆਂ ਨੇ ਕੀਤਾ, ਵੱਡਿਆਂ ਦਾ, ਛੋਟਿਆਂ ਦਾ ਟੋਡਰ ਮੱਲ ਨੇ। ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਆਪ ਸਰੀਰ ਤਿਆਗਦੇ ਨੇ, ਪਰਿਵਾਰ ਦਾ ਇੱਕ ਵੀ ਮੈਂਬਰ ਉਧਰ ਵੀ ਗੁਰੂ ਸਾਹਿਬ ਦੇ ਕੋਲ ਨਹੀਂ ਹੁੰਦਾ। ਨੰਦੇੜ ਦੀ ਧਰਤੀ ਤੇ ਇੱਕ ਵੀ ਮੈਂਬਰ ਉਧਰ ਵੀ ਕੋਲ ਨਹੀਂ ਹੈ। ਟੋਡਰ ਮੱਲ ਲਾਸ਼ਾਂ ਇਹਨਾਂ ਨੇ ਗੱਡੇ ਤੇ ਰੱਖੀਆਂ ਜੀ। ਆਪ ਗੱਡੇ ਨੂੰ ਅੱਗੋਂ ਖਿੱਚਣ ਲੱਗਾ, ਪਤਨੀ ਪਿੱਛੋਂ ਗੱਡੇ ਨੂੰ ਧੱਕਾ ਲਾ ਰਹੀ ਹੈ। ਸਵਾ ਕੋ ਦੂਰ ਇਹ ਲਾਸ਼ਾਂ ਲੈ ਕੇ ਪਹੁੰਚੇ। ਸੁੱਚਾ ਨੰਦ ਨਾਲ ਜਾ ਰਿਹਾ ਹੈ। ਉਹ ਜਦੋਂ ਸਵਾ ਕੋ ਗੱਡਾ ਖਿੱਚ ਕੇ ਧੂ ਕੇ ਲੈ ਕੇ ਗਏ, ਮਾਤਾ ਗੁਜਰ ਕੌਰ ਦੀ ਲਾਸ਼ ਥੱਲੇ ਰੱਖ ਦਿੱਤੀ ਹੈ, ਉੱਪਰ ਬਾਲਣ। ਸਾਹਿਬਜ਼ਾਦਿਆਂ ਜਿਵੇਂ ਕਈ ਵਾਰੀ ਉਹ ਦਾਦੀ ਮਾਂ 2 ਪੋਤਰੇ ਹੋਣ, ਰਾਤ ਨੂੰ ਉਹਦੇ ਮੋਢਿਆਂ ਤੇ ਸਿਰ ਰੱਖ ਕੇ ਉਹ ਬਾਤਾਂ ਸੁਣਦੇ ਐ, ਉਹ ਬੱਚਿਆਂ ਦੀਆਂ ਗੱਲਾਂ ਸੁਣਦੇ। ਸਾਹਿਬਜ਼ਾਦਿਆਂ ਦੀਆਂ ਦਾਦੀ ਮਾਂ ਸੁਣਾਉਂਦੀ ਹੈ। ਇਸ ਤਰ੍ਹਾਂ ਹੀ ਲਾਸ਼ਾਂ ਟਕਾਈਆਂ ਟੋਡਰ ਮੱਲ ਤੇ ਦੀ ਪਤਨੀ ਨੇ, ਜਿਵੇਂ ਦਾਦੀ ਦੇ ਕੋਲੋਂ ਇਹ ਕੁਝ ਗੱਲਾਂ ਸੁਣ ਰਹੇ ਹੋਣ, ਜਿਵੇਂ ਆਪਣੇ ਵਡੇਰਿਆਂ ਦਾ ਇਤਿਹਾਸ ਆਪਣੀ ਦਾਦੀ ਤੋਂ ਸੁਣ ਰਹੇ ਹੋਣ। ਟੋਡਰ ਮੱਲ ਨੇ ਸੰਸਕਾਰ ਕੀਤਾ ਜੀ। ਸਭ ਤੋਂ ਮਹਿੰਗੀ ਧਰਤੀ ਹੈ ਉਹ, ਜਿੱਥੇ ਮੋਹਰਾਂ ਵਿਛਾ ਕੇ ਟੋਡਰ ਮੱਲ ਨੇ ਸਾਹਿਬਜ਼ਾਦਿਆਂ ਦਾ, ਮਾਤਾ ਗੁਜਰ ਕੌਰ ਦਾ ਸੰਸਕਾਰ ਕੀਤੇ। ਬਹੁਤੇ ਲੋਕ ਤੁਹਾਨੂੰ ਦੁੱਧ ਵੇਚ ਕੇ ਧਨ ਇਕੱਠਾ ਕਰਨ ਵਾਲੇ ਮਿਲ ਜਾਣਗੇ, ਦੁੱਧ 'ਚ ਪਾਣੀ ਪਾ ਕੇ ਰੁਪਈਏ ਤਜੋਰੀਆਂ ਭਰਨ ਵਾਲੇ ਮਿਲ ਜਾਣਗੇ। ਗੁਰਮੁਖ ਪਿਆਰਿਓ, ਕੋਈ ਆਪਣੇ ਪੁੱਤ ਮਰਵਾ ਕੇ ਕਿਸੇ ਨੂੰ ਦੁੱਧ ਪਿਆਉਂਦਾ ਮੋਤੀ ਰਾਮ ਮਹਿਰੇ ਤੋਂ ਕੋਈ ਨਹੀਂ ਜੇ ਮਿਲੇਗਾ।
ਸਭ ਤੋਂ ਮਹਿੰਗਾ ਉਹ ਦੁੱਧ ਜਿਹੜਾ ਮੋਤੀ ਰਾਮ ਮਹਿਰੇ ਨੇ ਸਾਹਿਬਜ਼ਾਦਿਆਂ ਨੂੰ ਮਾਂ ਨੂੰ ਪਿਆਇਆ ਹੈ। ਸਭ ਤੋਂ ਮਹਿੰਗੀ ਜ਼ਮੀਨ ਜਿੱਥੇ ਟੋਡਰਮੱਲ ਨੇ ਖਰੀਦ ਕੇ ਸੰਸਕਾਰ ਕੀਤੇ ਸਾਹਿਬਜ਼ਾਦਿਆਂ ਦਾ। ਥੋੜਾ ਜਿਹਾ ਇਤਿਹਾਸ ਆਪਾਂ ਨੇ ਕੱਲ ਤੋਂ ਅੱਗੇ ਤੋਰਨਾ ਹੈ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਰਾਏਪੁਰ ਦੀ ਧਰਤੀ ਤੇ ਬੈਠੇ ਨੇ ਇਸ ਟਾਈਮ। ਹੁਣ ਉੱਥੇ ਭਾਣਾ ਵਾਪਰ ਚੁੱਕਿਆ, ਸੰਸਕਾਰ ਹੋ ਚੁੱਕਿਆ। ਇੱਥੇ ਰਾਏ ਕੱਲਾ ਰਾਜਾ ਕਹਿੰਦੇ ਮਹਾਰਾਜ ਤੁਹਾਡੀ ਕੋਈ ਸੇਵਾ ਕਰ ਸਕਾਂ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਰਾਏ ਕੱਲਾ ਮੇਰੇ ਬੱਚਿਆਂ ਦੀ ਮਾਂ ਦੀ ਖਬਰ ਲਿਆ ਕੇ ਦੇ। ਸੁਣਿਆ ਉਹਨਾਂ ਨੂੰ ਸਰਹੱਦ ਲਿਆਂਦੇ, ਅੱਗੇ ਕੀ ਭਾਣਾ ਵਾਪਰੇ, ਜਾਂ ਬੱਚੇ ਹੈ ਜਾਂ ਨਹੀਂ, ਇਹ ਸਾਨੂੰ ਖਬਰ ਲਿਆ ਕੇ ਦੇ। ਉਹ ਨੂਰਾ ਕਿਵੇਂ ਖਬਰ ਲਿਆ ਕੇ ਦਿੰਦੇ। ਖਬਰ ਸੁਣਨ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੀ ਕਹਿੰਦੇ, ਜਦੋਂ ਬੰਦਾ ਸਿੰਘ ਬਹਾਦਰ ਨੇ ਵਜੀਦ ਖਾਨ ਨੂੰ ਮਾਰਿਆ ਨਾ ਚੱਪੜਚਿੜੀ ਦੇ ਮੈਦਾਨ 'ਚ, ਵਜੀਦ ਖਾਨ ਹਾਥੀ ਭਜਾ ਕੇ ਨਿਕਲ ਚੱਲਿਆ ਸੀ। ਉਹ ਤੀਰ ਮਾਰਿਆ ਹਾਥੀ ਦੇ ਬੰਦਾ ਸਿੰਘ ਬਹਾਦਰ ਨੇ ਤੇ ਹਾਥੀ ਡਿੱਗ ਪਿਆ। ਇਹ ਵਜੀਦ ਖਾਨ ਹਾਥੀ ਤੋਂ ਡਿੱਗਿਆ, ਬੰਦਾ ਸਿੰਘ ਬਹਾਦਰ ਨੇ ਜਾ ਕੇ ਗਲਮਾ ਪਕੜਿਆ ਇਹਦਾ। ਉਹ ਜਰਨੈਲ ਸਿੰਘ ਸਮਰਾ ਦਾ ਨਾ ਕਵੀਸ਼ਰੀ ਜਥਾ ਇਤਿਹਾਸ ਸੁਣਾਉਂਦਾ ਹੁੰਦਾ ਸੀ, ਬਹੁਤ ਪੁਰਾਤਨ ਸੁਣਿਆ। ਕਹਿੰਦੇ ਵਜੀਦ ਖਾਨ ਦੀਆਂ ਲੱਤਾਂ ਕੰਬਣ ਲੱਗ ਪਿਆ, ਬੰਦਾ ਸਿੰਘ ਬਹਾਦਰ ਨੇ ਗਲਬੇ ਤੋਂ ਪਕੜਿਆ ਇਹਨੂੰ। ਤੇ ਬੰਦਾ ਸਿੰਘ ਬਹਾਦਰ ਕਹਿੰਦਾ ਕਿਸੇ ਦੇ ਪੁੱਤ ਮਰਵਾਉਣੇ ਨੀਆਂ 'ਚ ਚਿਣਦੇ ਨੇ ਵਜੀਦ ਖਾਨ, ਤੇਰੇ ਵਾਸਤੇ ਬੜੀ ਸੌਖੀ ਗੱਲ ਹੋਏਗੀ। ਜਦੋਂ ਆਪਣੀ ਮੌਤ ਸਾਹਮਣੇ ਆਉਂਦੀ ਫਿਰ ਇਸ ਤਰ੍ਹਾਂ ਲੱਤਾਂ ਕੰਬਦੀਆਂ। ਕਹਿੰਦਾ ਮੈਨੂੰ ਬਖਸ਼। ਫਿਰ ਫਤਿਹ ਸਿੰਘ ਨੇ ਇੱਕ ਵਾਰ ਕੀਤਾ, ਵਜੀਦ ਖਾਨ ਦਾ ਸਿਰ ਵੱਢ ਕੇ ਸੁੱਟ ਦਿੱਤਾ। ਉਹ ਭਾਈ ਜਰਨੈਲ ਸਿੰਘ ਜੀ ਸੁਣਾਉਂਦੇ ਹੁੰਦੇ ਸਨ, ਬਲਦਾਂ ਦੀ ਜੋਕ ਪਿੱਛੇ ਪਾ ਕੇ ਬੰਦਾ ਸਿੰਘ ਬਹਾਦਰ ਨੇ ਧੋਇਆ ਇਹਨੂੰ ਵਜੀਦ ਖਾਨ ਨੂੰ। ਫਿਰ ਅੱਧ ਮਰੇ ਨੂੰ ਦਰਖਤ ਨਾਲ ਬੰਨ੍ਹ ਕੇ ਪੁੱਠਾ ਲਟਕਾ ਕੇ ਥੱਲੇ ਅੱਗ ਲਾ ਕੇ ਵਜੀਦ ਖਾਨ ਨੂੰ ਸਾੜਿਆ ਸੀ। ਬੰਦਾ ਸਿੰਘ ਬਹਾਦਰ ਕਹਿੰਦਾ ਸੀ ਜਿੰਨਾ ਵੱਡਾ ਤੂੰ ਵਜੀਦ ਖਾਨ ਪਾਪ ਕੀਤਾ ਹੈ, ਓਨੀ ਵੱਡੀ ਰੱਬ ਤੈਨੂੰ ਸਜ਼ਾ ਦੇ ਰਿਹਾ ਹੈ। ਫਿਰ ਵਜੀਦ ਖਾਨ ਦਾ ਅੰਤ ਕੀਤਾ ਬੰਦਾ ਸਿੰਘ ਬਹਾਦਰ ਨੇ। ਉਹ ਚੱਪੜਚਿੜੀ ਦੇ ਮੈਦਾਨ ਦੇ ਅੰਦਰ ਫਤਿਹ ਸਿੰਘ ਨੇ ਇਹਦਾ ਸਿਰ ਫਿਰ ਖੀਰ ਨੂੰ ਵੱਢਿਆ, ਧੜ ਨਾਲੋਂ ਅਲੱਗ ਕੀਤਾ। ਅਗਲਾ ਇਤਿਹਾਸ ਥੋੜ੍ਹਾ ਜਿਹਾ ਆਪਾਂ ਅੱਗੇ ਲੈ ਕੇ ਚੱਲਾਂਗੇ ਜੀ। ਕੱਲ੍ਹ ਦੇ ਦੀਵਾਨਾਂ ਤੋਂ ਅੱਜ ਆਪ ਜੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਿਜਦਾ ਕਰਨ ਵਾਸਤੇ ਗੁਰੂ ਘਰ ਪਹੁੰਚੇ ਹੋ। ਸਮੁੱਚੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਭਾਈ, ਪੌਣੇ 10 ਵਜੇ ਨਾ ਆਪ ਜਿੱਥੇ ਵੀ ਬੈਠੇ ਹੋ, ਚਲੋ ਜੇ ਨਹੀਂ ਗੁਰੂ ਘਰ ਆਪ ਦਾ ਹਾਜ਼ਰੀ ਭਰ ਚੱਲੇ ਹੋ, 15 ਮਿੰਟ ਸਾਹਿਬਜ਼ਾਦਿਆਂ ਦੀ ਯਾਦ 'ਚ ਸਿਮਰਨ ਜ਼ਰੂਰ ਕਰਿਓ। ਕਹਿੰਦੇ 10 ਤੋਂ ਲੈ ਕੇ ਪੌਣੇ 11 ਵਜੇ ਤੱਕ ਹੀ ਇਹ ਸਾਰਾ ਜਿਹੜਾ ਜੋ ਸਾਹਿਬਜ਼ਾਦੇ ਨੂੰ ਨੀਹਾਂ 'ਚ ਚਿਣਨਾ, ਇਹ ਸਾਰੀ ਜਿਹੜੀ ਘਟਨਾ ਵਾਪਰੀ ਸੀ। ਸਾਰੀਆਂ ਸੰਗਤਾਂ ਨੂੰ ਬੇਨਤੀ ਭਾਈ, ਉਸ ਸਮੇਂ ਆਪਾਂ ਸਾਰਿਆਂ ਨੇ ਜਿੱਥੇ ਵੀ ਬੈਠੇ ਹੋ, ਕੋਈ ਕਾਰ ਚਲਾ ਰਿਹਾ, ਕੋਈ ਆਪਣੇ ਘਰੇ ਬੈਠਾ, ਰਜਾਈ 'ਚ ਬੈਠਾ, ਜਾਂ ਕੋਈ ਖੇਤ ਗੇੜਾ ਮਾਰ ਰਿਹਾ, ਜਿੱਥੇ ਵੀ ਬੈਠੇ ਹੋ ਆਪਾਂ ਸਾਹਿਬਜ਼ਾਦਿਆਂ ਨੂੰ ਸਿਮਰਨ ਨਾਲ ਜੁੜ ਕੇ ਸਿਜਦਾ ਕਰਨਾ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਥੋੜ੍ਹਾ ਜਿਹਾ ਇਤਿਹਾਸ ਕੱਲ ਦੇ ਦੀਵਾਨਾਂ 'ਚ ਅਗਲਾ ਸਰਵਣ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ। ਸਮੂਹ ਸੰਗਤ ਦਾ ਧੰਨਵਾਦ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।